ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਨਮ ਮਰਨ ਦੋਹੂੰ ਮਹਿ ਨਾਹੀ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰਿ ਸਿਉ ਲੈਣ ਮਿਲਾਏ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ, ਅਦਬ ਸਤਿਕਾਰ ਸਹਿਤ ਗੁਰਫਤਿਹ ਦੀ ਸਾਂਝ ਪਾਓ। ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੇ ਦਰੋਂ ਘਰੋਂ ਵਰਸਾਏ ਮਹਾਂਪੁਰਖ ਧੰਨ ਧੰਨ ਸ੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ, ਜਿਨ੍ਹਾਂ ਦੇ ਪਵਿੱਤਰ ਜੀਵਨ ਦੀ ਵਿਚਾਰ ਆਪ ਜੀ ਸਰਵਣ ਕਰ ਰਹੇ ਹੋ। ਪਿਛਲੇ ਭਾਗ ਦੇ ਅੰਦਰ ਆਪ ਜੀ ਨੇ ਮਹਾਂਪੁਰਸ਼ਾਂ ਦੇ ਖਾਨਦਾਨ ਬਾਰੇ, ਮਹਾਂਪੁਰਸ਼ਾਂ ਦੇ ਪਰਿਵਾਰ ਬਾਰੇ, ਮਾਤਾ ਪਿਤਾ ਬਾਰੇ ਔਰ ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲੇ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਸੰਤ ਬਾਬਾ ਈਸ਼ਰ ਸਿੰਘ ਜੀ ਦਾ ਆਉਣਾ ਅਤੇ ਅੰਮ੍ਰਿਤ ਪਾਨ ਕਰਨਾ ਸਰਵਣ ਕੀਤਾ ਸੀ। ਹੁਣ ਉਸ ਤੋਂ ਅੱਗੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਆਪਣੇ ਪਿਆਰੇ ਸੰਤ ਈਸ਼ਰ ਸਿੰਘ ਜੀਆਂ ਨੂੰ ਨਾਮ ਦੇ ਸੰਬੰਧ ਦੇ ਵਿੱਚ ਜੋ ਬਚਨ ਸਮਝਾ ਰਹੇ ਹਨ, ਉਹਨਾਂ ਦੀ ਵਿਚਾਰ ਆਪ ਜੀ ਸਰਵਣ ਕਰ ਰਹੇ ਹੋ। ਕਈ ਕੁ ਸੱਜਣਾਂ ਦਾ ਖਿਆਲ ਹੈ ਕਿ ਜਦੋਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਣ ਸਮੇਂ ਨਾਮ ਦੀ ਦਾਤ ਪ੍ਰਾਪਤ ਹੋ ਗਈ, ਨਿਗੁਰੇਪਣ ਦਾ ਦੋਸ਼ ਦੂਰ ਕਰਕੇ ਉਹ ਗੁਰੂ ਵਾਲੇ ਬਣ ਗਏ, ਫਿਰ ਕਿਸੇ ਮਹਾਂਪੁਰਸ਼ ਦੇ ਕੋਲੋਂ ਵੱਖਰਾ ਨਾਮ ਦੇ ਸੰਬੰਧ ਦੇ ਵਿੱਚ ਕੋਈ ਵਚਨ ਕਰਨਾ ਜਾਂ ਉਸ ਦੀ ਸੰਗਤ ਕਰਨੀ, ਸੇਵਾ ਕਰਨੀ ਜ਼ਰੂਰੀ ਹੈ ਜਾਂ ਨਹੀਂ। ਅਤੇ ਉਹ ਨਾਮ ਜੋ ਅਧਿਕਾਰੀ ਜਾਣ ਕੇ ਇਕੱਲੇ ਸੱਜਣ ਨੂੰ ਮਹਾਂਪੁਰਖ ਸਮਝਾਉਂਦੇ ਹਨ, ਉਹ ਪੰਜਾਂ ਪਿਆਰਿਆਂ ਵਾਲਾ ਨਾਮ ਹੀ ਹੈ ਜਾਂ ਹੋਰ ਕੋਈ ਵੱਖਰਾ ਹੈ। ਤਾਂ ਇਸ ਉੱਤਰ ਦੇ ਵਿੱਚ ਮਹਾਂਪੁਰਖਾਂ ਨੇ ਦੱਸਿਆ, ਇਹ ਗੁਰਮਤਿ ਦੇ ਵਿੱਚ ਨਾਮ ਇੱਕੋ ਹੀ ਹੈ ਤੇ ਅੰਮ੍ਰਿਤ ਵੀ ਇੱਕੋ ਹੀ ਹੈ। ਯਥਾ ਗੁਰਬਾਣੀ ਦਾ ਫਰਮਾਨ ਹੈ, ਜਿਨ ਵਡਿਆਈ ਤੇਰੇ ਨਾਮ ਕੀ, ਤੇ ਰਤੇ ਮਨ ਮਾਹੇ। ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੇ। ਨਾਨਕ ਅੰਮ੍ਰਿਤ ਮਨੈ ਮਾਹੇ, ਪਾਈਐ ਗੁਰ ਪ੍ਰਸਾਦ। ਤਿਨੀ ਪੀਤਾ ਰੰਗ ਸਿਉ, ਜਿਨ ਕਉ ਲਿਖਿਆ ਆਦ। ਪਰ ਉਸ ਦੇ ਜਪਣ ਦੇ ਢੰਗ ਅਤੇ ਉਗਤੀਆਂ ਜੁਗਤੀਆਂ ਅਧਿਕਾਰੀ ਦੇ ਅਨੁਸਾਰ ਵੱਖੋ ਵੱਖਰੀਆਂ ਹੁੰਦੀਆਂ ਹਨ, ਜੋ ਕਿਸੇ ਨਾਮ ਰਸੀਏ ਮਹਾਂਪੁਰਸ਼ ਦੇ ਪਾਸੋਂ ਹੀ ਮਿਲ ਸਕਦੀਆਂ ਹਨ। ਜਿਵੇਂ ਕਿਸੇ ਡਾਕਟਰ ਦੀ ਦੁਕਾਨ ਹੋਵੇ, ਦਵਾਈਆਂ ਤਾਂ ਬੇਅੰਤ ਪਈਆਂ ਹੁੰਦੀਆਂ ਹਨ, ਪਰ ਮਰੀਜ਼ ਨੂੰ ਤਾਂ ਨਹੀਂ ਪਤਾ ਕਿ ਇਹਨਾਂ ਵਿੱਚੋਂ ਮੇਰੇ ਰੋਗ ਦੀ ਨਿਵਰਤੀ ਲਈ ਦਵਾਈ ਕਿਹੜੀ ਹੈ। ਇਹ ਤਾਂ ਸਿਰਫ ਉਸ ਦੇ ਰੋਗ ਮੁਤਾਬਕ ਡਾਕਟਰ ਹੀ ਦੱਸ ਸਕਦਾ ਹੈ। ਬਾਣੀ ਦਾ ਫਰਮਾਨ ਹੈ, ਰੋਗ ਦਾਰੂ ਦੋਵੇਂ ਬੁੱਝੈ, ਤਾਂ ਵੈਦ ਸੁਜਾਨ। ਜੇਕਰ ਕੋਈ ਸੱਜਣ ਪੰਜਾਂ ਪਿਆਰਿਆਂ ਦੇ ਵਿੱਚੋਂ ਹੀ ਨਾਮ ਰਸੀਆ ਤੇ ਪੂਰਨ ਅਭਿਆਸੀ ਹੈ, ਜੋ ਜਗਿਆਸੂ ਨੂੰ ਉਸ ਦੇ ਪ੍ਰਸ਼ਨਾਂ ਦਾ ਉੱਤਰ ਦੇ ਕੇ ਸ਼ੰਕੇ ਨਿਵਰਤ ਕਰਕੇ ਬ੍ਰਹਮ ਗਿਆਨ ਦੀ ਦਾਤ ਬਖਸ਼ ਕੇ ਸੰਤੁਸ਼ਟ ਕਰ ਸਕੇ, ਫਿਰ ਕੋਈ ਜ਼ਰੂਰੀ ਨਹੀਂ ਕਿ ਕਿਸੇ ਹੋਰ ਮਹਾਂਪੁਰਸ਼ ਦੀ ਸੰਗਤ ਜਾਂ ਉਸ ਦੇ ਕੋਲੋਂ ਨਾਮ ਦੀ ਜੁਗਤੀ ਪੁੱਛੀ ਜਾਵੇ। ਪਰ ਜੇਕਰ ਪੰਜ ਪਿਆਰੇ ਕੇਵਲ ਬਾਹਜ ਕਕਾਰਾਂ ਦੀ ਗਿਣਤੀ ਵਾਲੇ, ਉਹ ਵੀ ਗੁਰੂ ਦੀ ਹਜ਼ੂਰੀ ਵਿੱਚ ਸਾਡੇ ਲਈ ਸਤਿਕਾਰਯੋਗ ਹਨ, ਗੁਰੂ ਸਰੂਪ ਹਨ, ਉਹਨਾਂ ਦੀ ਬਾਹਰਲੀ ਕਿਰਿਆ ਤੱਕ ਕਿ ਕਿਸੇ ਪ੍ਰਕਾਰ ਦੀ ਤਰਕ ਨਹੀਂ ਕਰਨੀ। ਪੂਰਨ ਨਿਸ਼ਚਾ ਰੱਖਣਾ ਹੈ ਕਿ ਇਸ ਵੇਲੇ ਮੈਂ ਕਲਗੀਆਂ ਵਾਲੇ ਪਾਤਸ਼ਾਹ ਦੇ ਹੱਥੋਂ ਹੀ ਅੰਮ੍ਰਿਤ ਪਾਨ ਕਰ ਰਿਹਾ ਹਾਂ।
ਮਰਜ਼ਾਦਾ ਪੁਰਸ਼ੋਤਮ ਮਹਾਂਪੁਰਸ਼ ਪਹਿਲਾਂ ਅੰਮ੍ਰਿਤਪਾਨ ਕਰਵਾ ਕੇ ਅਧਿਕਾਰੀ ਗੁਰਮੁਖ ਨੂੰ ਬਾਅਦ ਵਿੱਚ ਨਾਮ ਜਪਣ ਦੀ ਜੁਗਤੀ ਦੱਸਿਆ ਕਰਦੇ ਹਨ। ਗੁਰ ਮੰਤਰ ਅਤੇ ਮੂਲ ਮੰਤਰ ਉਹੀ ਪੰਜਾਂ ਪਿਆਰਿਆਂ ਵਾਲਾ ਹੀ ਹੁੰਦਾ ਹੈ, ਜੋ ਪਰੰਪਰਾ ਤੋਂ ਗੁਰੂ ਸਾਹਿਬ ਦੇ ਵੇਲੇ ਤੋਂ ਚੱਲਿਆ ਆਉਂਦਾ ਹੈ। ਪਰ ਉਸ ਦੇ ਅਭਿਆਸ ਕਰਨ ਦੀ ਜੁਗਤੀ, ਮਨ ਨੂੰ ਰੋਕਣ ਦਾ ਢੰਗ, ਫੁਰਨਿਆਂ ਦੇ ਉੱਤੇ ਕਾਬੂ ਪਾਉਣ ਦਾ ਤਰੀਕਾ ਤਾਂ ਕਿਸੇ ਗੁਰਮੁਖ ਸਤਿਪੁਰਸ਼ ਦੀ ਸੰਗਤ ਦੁਆਰਾ ਹੀ ਪਤਾ ਲੱਗਦਾ ਹੈ। ਸੋ ਇਹ ਸ਼ੰਕਾ ਨਹੀਂ ਬਣ ਸਕਦੀ ਕਿ ਅੰਮ੍ਰਿਤ ਛਕਣ ਤੋਂ ਬਾਅਦ ਨਾਮ ਜਪਣ ਦਾ ਤਰੀਕਾ ਕਿਉਂ ਪੁੱਛਿਆ ਜਾਂਦਾ ਹੈ। ਅੰਮ੍ਰਿਤ ਤਾਂ ਬਹੁਤ ਸਾਰੇ ਛਕ ਲੈਂਦੇ ਹਨ, ਪਰ ਜੋ ਗੁਰਮੁਖ ਜਨ ਕਿਸੇ ਸਤਿਪੁਰਸ਼ ਦੀ ਸੰਗਤ ਦੁਆਰਾ ਗੁਰ ਸ਼ਬਦ ਦੀ ਕਮਾਈ ਕਰਦੇ ਹਨ, ਉਹਨਾਂ ਦੇ ਦਰਸ਼ਨਾਂ ਵਾਸਤੇ ਦੁਨੀਆ ਕਿਸ ਤਰ੍ਹਾਂ ਉਤਾਵਲੀ ਹੋ ਕੇ ਰਸਤਿਆਂ ਵੱਲ ਤੱਕਦੀ ਹੈ। ਇਸ ਦਾ ਕਾਰਨ ਇਹੀ ਹੈ ਕਿ ਉਹਨਾਂ ਨੇ ਸ਼ਬਦ ਸੁਰਤ ਇਸ ਦੇ ਮੇਲ ਦੁਆਰਾ ਨਾਮ ਦੀ ਕਮਾਈ ਕੀਤੀ ਹੈ। ਇਸੇ ਕਰਕੇ ਉਹ ਦੁਨੀਆ ਉੱਤੇ ਸੂਰਜ ਵਾਂਗ ਚਮਕਦੇ ਹਨ। ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਸਾਰੇ ਸਤਿਗੁਰਾਂ ਦੇ ਸਮੇਂ ਗੁਰਮੁਖ ਜਨ ਬਾਬਾ ਬੁੱਢਾ ਜੀ ਜੈਸੇ ਬ੍ਰਹਮ ਗਿਆਨੀ ਅੱਗੇ ਗੁਰਮਤਿ ਦਾ ਪ੍ਰਚਾਰ ਕਰਦੇ ਅਤੇ ਨਾਮ ਜਪਾਉਂਦੇ ਸਨ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਰਾਜੇ ਸ਼ਿਵਨਾਭ ਅਤੇ ਸਾਲਸਰਾਏ ਜੌਹਰੀ ਵਰਗੇ ਗੁਰਮੁਖ ਪਦਵੀ ਦੇ ਮਾਲਕ ਬਣਾਏ। ਤੀਸਰੇ ਪਾਤਸ਼ਾਹ ਜੀ ਨੇ ਨਾਮ ਜਪਾਉਣ ਵਾਸਤੇ ਗੁਰਮੁਖ ਪਦਵੀ ਦੀਆਂ 22 ਮੰਜੀਆਂ ਗੁਰਸਿੱਖਾਂ ਨੂੰ ਅਤੇ 72 ਪੀੜ੍ਹੇ ਮਾਈਆਂ ਨੂੰ ਬਖਸ਼ੇ। ਚੌਥੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਦੀ ਡਿਊਟੀ ਆਗਰੇ ਦੀ ਸੰਗਤ ਨੂੰ ਉਪਦੇਸ਼ ਕਰਨ ਵਾਸਤੇ ਲਾਈ। ਪੰਜਵੇਂ ਪਾਤਸ਼ਾਹ ਜੀ ਨੇ ਮਾਧੋ ਦਾਸ ਸੋਢੀ ਨੂੰ ਕਸ਼ਮੀਰ ਪ੍ਰਚਾਰ ਕਰਨ ਲਈ ਭੇਜਿਆ। ਛੇਵੇਂ ਪਾਤਸ਼ਾਹ ਜੀ ਦੇ ਸਮੇਂ ਭਾਈ ਗੜੀਆ ਜੀ ਗੁਜਰਾਤ ਵੱਲ ਗਏ। ਸੱਤਵੇਂ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਭਾਈ ਗੋਂਦਾ ਕਾਬਲ ਵਿੱਚ ਪੁੱਜਿਆ, ਜਿਸ ਨੇ ਆਪਣੇ ਧਿਆਨ ਦੇ ਨਾਲ ਹਜੂਰ ਦੇ ਚਰਨਾਂ ਨੂੰ ਜੱਫਾ ਪਾ ਕੇ 4 ਪਹਿਰ ਤੱਕ ਸਿੰਘਾਸਣ ਤੇ ਬਿਠਾਈ ਰੱਖਿਆ। ਇਸੇ ਤਰ੍ਹਾਂ 9ਵੇਂ ਪਾਤਸ਼ਾਹ ਜੀ ਮਹਾਰਾਜ ਭਾਈ ਮੇਹੇ ਦੀ ਘਾਲ ਤੋਂ ਪ੍ਰਸੰਨ ਹੋ ਕੇ ਉਸ ਨੂੰ ਮੰਜੀ ਬਖਸ਼ੀ। 10ਵੇਂ ਪਾਤਸ਼ਾਹ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ ਕੇ ਆਪਣੀ ਮੌਜੂਦਗੀ ਵਿੱਚ ਪੰਜਾਂ ਪਿਆਰਿਆਂ ਨੂੰ ਡਿਊਟੀ ਦਿੱਤੀ ਨਾਮ ਜਪਾਉਣ ਦੀ ਤੇ ਅੰਮ੍ਰਿਤ ਛਕਾਉਣ ਦੀ। ਇਸ ਤਰ੍ਹਾਂ ਗੁਰ ਇਤਿਹਾਸ ਦੇ ਵਿੱਚ ਬੇਅੰਤ ਉਦਾਹਰਣਾਂ ਮਿਲਦੀਆਂ ਹਨ। ਦਸ਼ਮੇਸ਼ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਤਾਂ ਗੁਰਮੁਖਾਂ ਮਹਾਂਪੁਰਸ਼ਾਂ ਦੀ ਸੰਗਤ ਦੁਆਰਾ ਹੀ ਪ੍ਰੇਮੀ ਜਗਿਆਸੂਆਂ ਨੇ ਉੱਚ ਪਦਵੀਆਂ ਪ੍ਰਾਪਤ ਕੀਤੀਆਂ, ਜਿਵੇਂ ਪੰਜਾਂ ਪਿਆਰਿਆਂ ਦੀਆਂ ਅਤੇ ਭਾਈ ਕਨ੍ਹਈਆ ਜੀ ਜੈਸੇ ਸਤਿਪੁਰਸ਼ਾਂ ਦੀਆਂ ਅੱਗੇ ਸੰਪਰਦਾਵਾਂ ਚੱਲਦੀਆਂ ਹਨ। ਬ੍ਰਹਮ ਗਿਆਨੀ ਗੁਰਮੁਖ ਮਹਾਂਪੁਰਸ਼ ਹੀ ਅੱਗੇ ਨਾਮ ਜਪਾਉਣ ਦਾ ਅਧਿਕਾਰੀ ਹੈ। ਹਰੇਕ ਨੂੰ ਇਹ ਅਧਿਕਾਰ ਨਹੀਂ ਹੈ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਸੋ ਹੁਣ ਸੰਤ ਮਹਾਰਾਜ ਬਾਬਾ ਅਤਰ ਸਿੰਘ ਸਾਹਿਬ ਜੀਆਂ ਨੇ ਨਾਮ ਜਪਣ ਦਾ ਢੰਗ ਦਰਸਾਇਆ। ਸਭ ਤੋਂ ਪਹਿਲਾਂ ਹੈ ਰਸਨਾ ਦੇ ਦੁਆਰਾ ਨਾਮ ਜਪਣਾ। ਉਸ ਤੋਂ ਬਾਅਦ ਹੈ ਆਉਂਦੇ ਜਾਂਦੇ ਸਵਾਸ ਦੇ ਨਾਲ ਨਾਮ ਦਾ ਅਭਿਆਸ ਕਰਨਾ। ਜਦੋਂ ਬਿਰਤੀ ਇੱਥੇ ਪੁੱਜ ਜਾਂਦੀ ਹੈ ਫਿਰ ਜਗਿਆਸੂ ਦੀ ਰਸਨਾ ਹਿੱਲਦੀ ਨਹੀਂ। ਬਿਨ ਜਿਹਵਾ ਜੋ ਜਪੈ ਹਿਆਏ, ਕੋਈ ਜਾਣੈ ਕੈਸਾ ਨਾਉ। ਮਨਸਾ ਮਾਰ ਮਨ ਸਹਿਜ ਸਮਾਣਾ, ਬਿਨ ਰਸਨਾ ਉਸਤਤ ਕਰਾਈ। ਫਿਰ ਅੱਗੇ ਜਾ ਕੇ ਤਾਂ ਸਵਾਸਾਂ ਦੀ ਹਰਕਤ ਵੀ ਮੱਧਮ ਪੈ ਜਾਂਦੀ ਹੈ। ਉੱਥੇ ਫਿਰ ਕੇਵਲ ਸੁਰਤ ਕੰਮ ਕਰਦੀ ਹੈ। ਫਿਰ ਸੁਰਤੀ ਦੇ ਨਾਲ ਸਿਮਰਨ ਹੁੰਦਾ ਹੈ। ਇਸ ਤੋਂ ਅੱਗੇ ਤ੍ਰਿਕੁਟੀ, ਫਿਰ ਉੱਪਰ ਜਾ ਕੇ ਕੁਝ ਵੀ ਕਰਨਾ ਨਹੀਂ ਪੈਂਦਾ, ਸਗੋਂ ਚਸ਼ਮੇ ਦੇ ਜਲ ਵਗਣ ਦੀ ਤਰ੍ਹਾਂ ਆਪਣੇ ਆਪ ਹੀ ਅਜੱਪਾ ਜਾਪ ਹੋਈ ਜਾਂਦਾ ਹੈ।
ਕੇਵਲ ਖਿਆਲ ਦੇ ਰੋਕਣ ਨਾਲ ਸੁਣਨ ਦੀ ਲੋੜ ਹੁੰਦੀ ਹੈ। ਇਸ ਤੋਂ ਅੱਗੇ ਜਾ ਕੇ ਸਰੀਰ ਦੇ ਜਿਤਨੇ ਰੋਮ ਹਨ, ਉਹਨਾਂ ਸਾਰਿਆਂ ਵਿੱਚੋਂ ਗੁਰਸ਼ਬਦ ਦੀ ਆਵਾਜ਼ ਸੁਣਾਈ ਦਿੰਦੀ ਹੈ। ਫਿਰ ਸਾਰੇ ਤੱਤਾਂ ਦੇ ਵਿੱਚੋਂ ਨਾਮ ਦੀ ਧੁਨੀ ਆਉਣ ਲੱਗ ਜਾਂਦੀ ਹੈ। ਕਈ ਮਹਾਂਪੁਰਸ਼ ਪਰਾ, ਬਸੰਤੀ, ਮਧਮਾ ਤੇ ਬੈਖਰੀ ਬਾਣੀ ਦੁਆਰਾ ਅਭਿਆਸ ਕਰਾਉਂਦੇ ਹਨ। ਸੋ ਇਸ ਪ੍ਰਕਾਰ ਜੋ ਵਿਅਕਤੀ ਅੰਮ੍ਰਿਤ ਛਕਣ ਸਮੇਂ ਪੰਜਾਂ ਪਿਆਰਿਆਂ ਵੱਲੋਂ ਪ੍ਰਾਪਤ ਹੋਏ ਗੁਰਮੰਤਰ ਤੋਂ ਤੋੜ ਕੇ ਆਪਣਾ ਕੋਈ ਵੱਖਰਾ ਜਾਪ ਜਾਂ ਵੱਖਰਾ ਨਾਮ ਦੱਸਦਾ ਹੈ, ਉਸ ਦੀ ਸੰਗਤ ਕਰਨੀ ਠੀਕ ਨਹੀਂ ਹੈ। ਬਾਬਾ ਅਤਰ ਸਿੰਘ ਜੀ ਨੇ ਹੋਰ ਵੀ ਬਹੁਤ ਸਾਰੇ ਬਚਨ ਵਿਲਾਸ ਕੀਤੇ। ਇਤਨੇ ਨੂੰ ਪੌ ਫਟਾਲਾ ਹੋ ਗਿਆ ਤਾਂ ਆਪ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਪੁੱਜੇ। ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ। ਇਸ ਪ੍ਰਕਾਰ ਆਪ ਜੀ 2 ਦਿਨ ਹੋਰ ਠਹਿਰੇ। ਮਹਾਂਪੁਰਸ਼ਾਂ ਦੀ ਕਿਰਪਾ ਤੇ ਖੁਸ਼ੀ ਵੱਧਦੀ ਗਈ। ਆਇਆਂ ਨੂੰ ਤੀਸਰਾ ਦਿਨ ਸੀ ਤਾਂ ਨਾਲ ਦੇ ਸਾਥੀ ਹੀਰਾ ਸਿੰਘ ਦੀ ਛੁੱਟੀ ਖਤਮ ਹੋ ਚੁੱਕੀ ਸੀ। ਉਹ ਤਾਂ ਇੱਥੋਂ ਹੀ ਸੰਤਾਂ ਤੋਂ ਆਗਿਆ ਤੇ ਪ੍ਰਸ਼ਾਦ ਲੈ ਕੇ ਨਮਸਕਾਰ ਕਰਕੇ ਪਟਿਆਲੇ ਆਪਣੀ ਡਿਊਟੀ ਤੇ ਹਾਜ਼ਰ ਹੋ ਗਏ ਅਤੇ ਸੰਤ ਈਸ਼ਰ ਸਿੰਘ ਜੀ ਕੁਝ ਕੁ ਦਿਨ ਹੋਰ ਬੇਪਰਵਾਹੀ ਦੇ ਨਾਲ ਇਉਂ ਟਿਕੇ ਰਹੇ ਕਿ ਮਾਨੋਂ ਵਾਪਸ ਜਾਣ ਦਾ ਖਿਆਲ ਹੀ ਨਹੀਂ ਹੁੰਦਾ। ਪਰ ਮਹਾਂਪੁਰਸ਼ਾਂ ਨੇ ਹੁਕਮ ਕਰਕੇ ਵਾਪਸ ਭੇਜ ਦਿੱਤਾ ਕਿ ਤੁਹਾਡੀ ਪੜ੍ਹਾਈ ਦਾ ਹਰਜ ਹੁੰਦਾ ਹੈ, ਹੁਣ ਤੁਸੀਂ ਵਾਪਸ ਚਲੇ ਜਾਓ, ਫੇਰ ਆ ਜਾਣਾ। ਅਟਲ ਹੁਕਮ ਦੀ ਪਾਲਣਾ ਤਾਂ ਕਰਨੀ ਪਈ, ਪਰ ਘਰ ਵਿੱਚ ਜਾ ਕੇ ਜੀ ਨਾ ਲੱਗੇ। ਸਰੀਰ ਕਰਕੇ ਹੀ ਵਾਪਸ ਮੁੜੇ ਸੀ। ਮਨ ਤਾਂ ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਹੀ ਛੱਡ ਆਏ ਸਨ। ਪ੍ਰੇਮ ਦੀ ਜਿਹੜੀ ਅਵਸਥਾ ਹੈ, ਇਹ ਕਹਿਣ ਤੋਂ ਪਰੇ ਹੈ। ਫੇਸ ਕਰਕੇ ਸਕੂਲ ਦੀ ਪੜ੍ਹਾਈ ਵੀ ਵਿੱਚੇ ਹੀ ਛੱਡ ਬੈਠੇ, ਕਿਉਂਕਿ ਮਨ ਤਾਂ ਇੱਕ ਹੀ ਹੈ ਨਾ। ਉਹ 8 ਪਹਿਰ ਹੁਣ ਸਿਮਰਨ ਦੇ ਵਿੱਚ ਤੇ ਯਾਦ ਦੇ ਵਿੱਚ ਜੁੜਿਆ ਰਹਿੰਦਾ ਹੈ। ਨੇਤਰ ਹਰ ਸਮੇਂ ਬੰਦ ਅਤੇ ਸਿਮਰਨ ਦੀ ਅੰਦਰ ਰੌਂ ਜਾਰੀ ਰਹਿੰਦੀ ਹੈ। ਇਸ ਕਰਕੇ ਨਾਮ ਮਾਤਰ ਹੀ ਕਲਾਸ ਵਿੱਚ ਬੈਠਦੇ, ਨਾ ਉਸਤਾਦਾਂ ਦੇ ਲੈਕਚਰ ਵੱਲ ਧਿਆਨ, ਨਾ ਕਿਸੇ ਕਲਾਸ ਫੈਲੋ ਦੇ ਨਾਲ ਪ੍ਰੇਮ, ਨਾ ਕਿਸੇ ਮਜਮੂਨ ਨੂੰ ਯਾਦ ਕਰਨ ਦਾ ਖਿਆਲ। ਇਸੇ ਤਰ੍ਹਾਂ ਜੁੜੀ ਸੁਰਤ ਤੇ ਬੰਦ ਨੇਤਰ ਕਲਾਸ ਅਟੈਂਡ ਕਰਕੇ ਵਾਪਸ ਆ ਕੇ ਕਮਰਾ ਬੰਦ ਕਰਕੇ ਬੈਠ ਜਾਂਦੇ ਸਨ। ਸਾਰੀ ਰਾਤ ਇੱਕੋ ਥਾਂ ਜਾਗਦਿਆਂ ਦੀ ਬੀਤ ਜਾਂਦੀ। ਕੇਵਲ ਇੱਕੋ ਵਾਰ 2 ਵਜੇ ਉੱਠ ਕੇ ਇਸ਼ਨਾਨ ਕਰ ਲੈਂਦੇ। ਖਾਣਾ ਪੀਣਾ ਬਹੁਤ ਘੱਟ ਕਰ ਦਿੱਤਾ, ਜਿਹਦੇ ਕਰਕੇ ਸਰੀਰ ਬਹੁਤ ਕਮਜ਼ੋਰ ਹੋ ਗਿਆ। ਕਦੇ ਤੋਪਖਾਨੇ ਦੇ ਗਰਾਊਂਡ ਵਿੱਚ, ਕਦੇ ਸੁਧਾਸਰ ਤੇ ਜਾ ਕੇ ਬੈਠ ਜਾਂਦੇ। ਕਈ ਵਾਰੀ ਆਪਣੇ ਆਪ ਹੀ ਨੇਤਰਾਂ ਦੇ ਵਿੱਚੋਂ ਵੈਰਾਗ ਦਾ ਜਲ ਵਹਿ ਤੁਰਦਾ ਤੇ ਆਹ ਪੰਕਤੀ ਪੜ੍ਹਦੇ, ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੈ ਜੀਓ। ਇਸ ਤਰ੍ਹਾਂ ਰੇਰੂ ਸਾਹਿਬ ਤੋਂ ਵਾਪਸ ਆ ਕੇ ਬਹੁਤ ਸਮਾਂ ਪਟਿਆਲੇ ਇਕਾਂਤ ਵਿੱਚ ਜਾ ਕੇ ਸੋ ਬਤੀਤ ਕਰਦਿਆਂ ਸਮਾਂ ਜਦੋਂ ਲੰਘਿਆ, ਕਦੀ ਕਦੀ ਛੁੱਟੀ ਵਾਲੇ ਦਿਨ ਮਾਤਾ ਜੀ ਨੂੰ ਮਿਲਣ ਘਰ ਵੀ ਆ ਜਾਂਦੇ, ਪਰ ਬਹੁਤਾ ਉਪਰਾਮ ਹੀ ਰਹਿੰਦੇ। ਸੰਤ ਜੀ ਮਹਾਰਾਜ ਘਰ ਦੇ ਕਾਰ ਵਿਹਾਰ ਵਿੱਚ ਤਾਂ ਸ਼ੁਰੂ ਤੋਂ ਹੀ ਹਿੱਸਾ ਨਹੀਂ ਸੀ ਲੈਂਦੇ ਅਤੇ ਸਭ ਤੋਂ ਵੱਧ ਆਪ ਜੀ ਦਾ ਪਰਿਵਾਰ ਵਿੱਚੋਂ ਜੇ ਕਿਸੇ ਜੀ ਨਾਲ ਪਿਆਰ ਸੀ ਤਾਂ ਮਾਤਾ ਨਾਲ ਸੀ। ਮਾਤਾ ਜੀ ਵੀ ਆਪ ਜੀ ਨੂੰ ਆਪਣੇ ਪ੍ਰਾਣਾਂ ਦਾ ਆਸਰਾ ਤੇ ਅੱਖਾਂ ਦਾ ਤਾਰਾ ਸਮਝਦੇ ਸੀ। ਜੇਕਰ ਹਫ਼ਤੇ ਬਾਅਦ ਛੁੱਟੀ ਵਾਲੇ ਦਿਨ ਵੀ ਆਪ ਜੀ ਘਰ ਨਾ ਜਾਂਦੇ ਤਾਂ ਮਾਤਾ ਜੀ ਦਾ ਕੋਮਲ ਹਿਰਦਾ ਸੋਚਾਂ ਫਿਕਰਾਂ ਵਿੱਚ ਪੈ ਕੇ ਬੇਹਬਲ ਹੋ ਜਾਂਦਾ। ਉਸ ਦਿਨ ਪੁੱਤਰ ਦੇ ਪਿਆਰ ਦੇ ਵਿੱਚ ਪ੍ਰਸ਼ਾਦਾ ਵੀ ਨਾ ਛਕਦੇ। ਪੁੱਤਰ ਵੀ ਜਿਹੜਾ ਜਗਤ ਦਾ ਰਹਿਬਰ, ਦੁਨੀਆ ਦਾ ਤਾਰਕ ਤੇ ਰੱਬੀ ਕਾਰਕ। ਪਰ ਇਸ ਭੋਲੀ ਮਾਂ ਨੂੰ ਕੀ ਪਤਾ ਹੈ ਕਿ ਜਿਸ ਬਾਲਕੇ ਦਾ ਮੈਂ ਇਤਨਾ ਫਿਕਰ ਕਰਦੀ ਹਾਂ, ਉਸ ਦੇ ਤਾਂ ਕੇਵਲ ਦਰਸ਼ਨਾਂ ਨਾਲ ਹੀ ਲੱਖਾਂ ਪ੍ਰਾਣੀਆਂ ਦੇ ਫਿਕਰ ਤੇ ਝੋਰੇ ਮਿਟ ਜਾਣੇ ਹਨ। ਜਿਸ ਦੇ ਦੀਦ ਬਿਨਾ ਮੈਂ ਇਤਨਾ ਵਿਆਕੁਲ ਹੋ ਰਹੀ ਹਾਂ,
ਉਸ ਦੇ ਤਾਂ ਦਰਸ਼ਨਾਂ ਦੀ ਤਾਂਘ ਵਿੱਚ ਸ਼ਰਧਾਲੂ ਪ੍ਰੇਮੀ ਆਪਣੇ ਨੇਤਰਾਂ ਦੀ ਸੜਕ ਬਣਾ ਕੇ ਤੇ ਹੰਝੂਆਂ ਦੇ ਹਾਰ ਭੇਟਾ ਕਰਿਆ ਕਰਨਗੇ। ਪਰ ਮਾਂ ਦੇ ਦਿਲ ਵਰਗਾ ਹੋਰ ਕਿਸੇ ਦਾ ਪੁੱਤਰ ਦੇ ਪਿਆਰ ਵਾਸਤੇ ਹਿਰਦਾ ਨਹੀਂ ਬਣ ਸਕਦਾ। ਸਿਆਣਿਆਂ ਦਾ ਕਥਨ ਹੈ ਕਿ ਸਾਕ ਮਾਂ ਪੁੱਤ ਹੋਰ ਗੰਢ ਤੁੱਕ। ਹੈ ਵੀ ਠੀਕ, ਪੁੱਤਰ ਮਾਂ ਦੀਆਂ ਅੱਖਾਂ ਦੀ ਰੌਸ਼ਨੀ ਤੇ ਦਿਲ ਦਾ ਟੁਕੜਾ ਹੁੰਦਾ ਹੈ। ਇੱਕ ਇਸਤਰੀ ਕਿਸੇ ਵੇਲੇ ਹੋਰ ਸੰਬੰਧੀਆਂ ਨੂੰ ਤਾਂ ਛੱਡ ਸਕਦੀ ਹੈ, ਪਰ ਪੁੱਤਰ ਨੂੰ ਅੱਖਾਂ ਤੋਂ ਦੂਰ ਨਹੀਂ ਕਰ ਸਕਦੀ। ਪੁੱਤਰ ਦੇ ਦੁੱਖ ਨਹੀਂ ਸਹਾਰ ਸਕਦੀ। ਪੂਰਨ ਦੇ ਵਿਯੋਗ ਦੇ ਵਿੱਚ ਅਛਰਾ ਅੰਨ੍ਹੀ ਹੋ ਗਈ। ਸਰਵਣ ਪੁੱਤ ਦੀ ਮੌਤ ਸੁਣ ਕੇ ਅੰਧਲੀ ਨੇ ਪ੍ਰਾਣ ਤਿਆਗ ਦਿੱਤੇ। ਤੋ ਜੋ ਮਾਂ ਦੀ ਮਮਤਾ ਹੈ ਉਹ ਸਭ ਪਿਆਰਾਂ ਤੋਂ ਉੱਪਰ ਹੈ। ਆਪ ਜੀ ਨੇ ਘਰ ਛੱਡਣ ਤੋਂ ਪਹਿਲਾਂ ਮਾਤਾ ਜੀ ਤੋਂ ਪ੍ਰਵਾਨਗੀ ਤੇ ਆਗਿਆ ਲੈਣੀ ਜ਼ਰੂਰੀ ਸਮਝੀ, ਕਿਉਂਕਿ ਆਗਿਆਕਾਰੀ ਤੇ ਵਫਾਦਾਰ ਬੱਚਿਆਂ ਦਾ ਇਹੋ ਹੀ ਅਸੂਲ ਹੁੰਦਾ ਹੈ। ਜੋ ਕੰਮ ਕਰਨਾ ਮਾਤਾ ਜੀ ਦੀ ਆਗਿਆ ਨਾਲ ਕਰਨਾ। ਜਦੋਂ ਮਾਤਾ ਜੀ ਤੋਂ ਰੇਰੂ ਸਾਹਿਬ ਜਾਣ ਦੀ ਆਗਿਆ ਮੰਗੀ ਤਾਂ ਉਹ ਆਪਣੇ ਨੇਕ ਸੁਘੜ ਤੇ ਲਾਇਕ ਆਗਿਆ ਪਾਲਕ ਗੁਰਮੁਖ ਪੁੱਤਰ ਨੂੰ ਕਦੋਂ ਕਹਿ ਸਕਦੇ ਸੀ। ਮਸਾਂ ਸਿੱਕਾਂ ਸਿੱਖਦਿਆਂ ਨਿਰੰਕਾਰ ਨੇ ਪੁੱਤਰ ਦੀ ਦਾਤ ਬਖਸ਼ੀ ਸੀ। ਉਹੋ ਹੀ ਸਾਧੂ ਬਣ ਕੇ ਬਾਹਰ ਚਲਿਆ ਜਾਵੇ। ਸਾਧੂ ਬਣਨ ਦਾ ਨਾਮ ਸੁਣ ਕੇ ਵਿਛੋੜੇ ਦਾ ਦੁੱਖ ਉਹਨਾਂ ਦੇ ਸਾਹਮਣੇ ਆ ਗਿਆ। ਅੱਖਾਂ ਨੇ ਹੰਝੂਆਂ ਦੀ ਝੜੀ ਲਾ ਦਿੱਤੀ। ਬਹੁਤ ਬੈਰਾਗ ਕਰਨ ਲੱਗੇ। ਭਾਵੇਂ ਸਾਧੂ ਬਣਨਾ ਬਹੁਤ ਚੰਗਾ ਹੈ, ਪਰ ਕੋਈ ਵੀ ਮਾਂ ਆਪਣੇ ਪੁੱਤਰ ਨੂੰ ਸਾਧੂ ਬਣਿਆ ਨਹੀਂ ਵੇਖ ਸਕਦੀ। ਆਪ ਜੀ ਆਪਣੇ ਮਨ ਦਾ ਦ੍ਰਿੜ ਸੰਕਲਪ ਕਰ ਹੀ ਚੁੱਕੇ ਸਨ, ਪਰ ਮਾਤਾ ਜੀ ਦੀ ਪ੍ਰਵਾਨਗੀ ਦੀ ਮੋਹਰ ਜ਼ਰੂਰੀ ਸਮਝਦੇ ਸਨ। ਇਸ ਤਰ੍ਹਾਂ ਕਈ ਦਿਨ ਮਾਤਾ ਜੀ ਨਾਲ ਵਿਚਾਰ ਹੁੰਦੀ ਰਹੀ। ਅਖੀਰ ਨੂੰ ਆਪਣੇ ਲਾਲ ਦੇ ਮਨ ਦਾ ਪੱਕਾ ਹੱਠ ਵੇਖ ਕੇ ਦਲੀਲਾਂ ਤੋਂ ਕਾਇਲ ਹੋ ਕੇ ਮਾਤਾ ਜੀ ਮੰਨ ਗਏ ਤੇ ਨਾਲ ਹੀ ਕੁਝ ਸ਼ਰਤਾਂ ਵੀ ਰੱਖੀਆਂ। ਉਹ ਆਪਣੇ ਸਹਿਯੋਗ ਤੇ ਨੇਕ ਪੁੱਤਰ ਨੂੰ ਪੂਰਨ ਤੌਰ ਤੇ ਸਹੀ ਅਰਥਾਂ ਵਿੱਚ ਸਾਧੂ ਵੇਖਣ ਦੇ ਚਾਹਵਾਨ ਸਨ। ਇਸ ਲਈ ਸੁਘੜ ਮਾਂ ਨੇ ਸਾਧੂ ਬਣਨ ਦੇ ਕੁਝ ਗੁਣ ਤੇ ਔਗਣ ਵੀ ਦੱਸੇ। ਆਗਿਆ ਜਨਨੀ ਤੇ ਚਹੀ, ਸੋ ਸੁਣ ਕੇ ਤਤਕਾਲ, ਰੁਦਨ ਕਰ ਵਿਆਕੁਲ ਭਈ, ਸੁਤ ਵਿਯੋਗ ਦੁਖ ਨਾਲ। ਕਈ ਮਾਸ ਇਸ ਆਸ ਮੈਂ, ਖਾਸ ਮਾਤ ਸੁਤ ਕੇਰ। ਚੱਲਿਓ ਬਹਿਸ ਬਿਨ ਤਹਿਸ਼, ਕੁਛ ਓੜਕ ਉਨ ਹਠ ਹੇਰ। ਤੌਨ ਔਗਣ ਗੁਣ ਬੜੇ, ਸਾਧੂ ਹੋਣ ਕੇ ਗਾਏ। ਕਹਿਓ ਸਾਧੂ ਬੇਸ਼ੱਕ ਬਣੋ, ਪਰ ਰਹਿਓ ਇਸ ਭਾਏ। ਜਰ ਜੋਰੂ ਜ਼ਮੀਨ ਤਰੈ, ਦੁਖਦ ਉਪਾਦ ਅਸਾਦ। ਲਖੋ ਰਾਖੋ ਤਿਆਗ ਦ੍ਰਿੜ, ਚਾਖੋ ਹਰ ਰਸ ਸਵਾਦ। ਤੋ ਮਮ ਕੁਖ ਵੀ ਸਫਲ ਹੋਏ, ਰੁਖ ਸਮ ਪਰ ਦੁਖ ਦਾਨ। ਤੋ ਮਮ ਕੁਖ ਵੀ ਸਫਲ ਹੋਏ, ਰੁਖ ਸਮ ਪਰ ਸੁਖ ਦਾਨ। ਭਾਵਤ ਪਾਵਤ ਕੀਜਿਓ, ਜਾਵਤ ਆਵਤ ਪ੍ਰਾਨ। ਮਾਤਾ ਜੀ ਕਹਿੰਦੇ, ਲਾਲ ਜੀ ਬੇਸ਼ੱਕ ਮੈਂ ਨਹੀਂ ਚਾਹੁੰਦੀ ਵੀ ਮੇਰੇ ਜਿਉਂਦੇ ਜੀ ਮੇਰਾ ਪੁੱਤਰ ਅੱਖਾਂ ਤੋਂ ਓਹਲੇ ਹੋਵੇ, ਪਰ ਇਸ ਨੇਕ ਕੰਮ ਵਾਸਤੇ ਰੋਕ ਪਾਉਣੀ ਵੀ ਮੈਂ ਠੀਕ ਨਹੀਂ ਸਮਝਦੀ। ਇੱਕ ਤਾਂ ਜਿਤਨਾ ਚਿਰ ਮੇਰਾ ਸਰੀਰ ਹੈ ਤੁਸੀਂ ਘਰ ਛੱਡ ਕੇ ਕਿਤੇ ਨਾ ਜਾਓ, ਮੇਰੀਆਂ ਅੱਖਾਂ ਦੇ ਅੱਗੇ ਰਹੋ। ਦੂਜੀ ਗੱਲ ਇਹ ਹੈ, ਜੇਕਰ ਸਾਧੂ ਬਣਨਾ ਹੀ ਹੈ ਤਾਂ ਫਿਰ ਇੱਕ ਵਾਰੀ ਕੁੱਲ ਦਾ ਨਾਮ ਰੌਸ਼ਨ ਕਰ ਦੇਣਾ। ਫਕੀਰੀ ਦੀ ਚਿੱਟੀ ਚਾਦਰ ਨੂੰ ਦਾਗ ਨਾ ਲੱਗੇ। ਜਰ ਜੋਰੂ ਜ਼ਮੀਨ, ਇਹਨਾਂ ਤਿੰਨਾਂ ਉਪਾਧੀਆਂ ਤੋਂ ਦੂਰ ਰਹਿਣਾ। ਫਿਰ ਤਾਂ ਬੱਚਾ ਮੇਰੀ ਵੀ ਕੁੱਖ ਸਫਲੀ ਹੈ। ਸੰਤ ਜੀ ਨੇ ਉੱਤਰ ਦਿੱਤਾ, ਮਾਤਾ ਜੀ ਤੁਹਾਡੇ ਬਜ਼ੁਰਗਾਂ ਦੀਆਂ ਅਸੀਸਾਂ ਚਾਹੀਦੀਆਂ ਹਨ, ਫਿਰ ਪਰਮੇਸ਼ਰ ਆਪਣੇ ਬਿਰਧ ਬਾਣੇ ਦੀ ਲਾਜ ਆਪ ਰੱਖੇਗਾ।
ਮਾਂ ਦੀ ਪ੍ਰਵਾਨਗੀ ਮਿਲ ਗਈ। ਧਨ ਹੈ ਇਹੋ ਜਿਹੀ ਵਡਭਾਗਣ ਜਨਨੀ। ਗੁਰਬਾਣੀ ਵਿੱਚ ਇਹੋ ਜਿਹੀਆਂ ਮਾਵਾਂ ਨੂੰ ਧੰਤਾ ਯੋਗ ਕਥਨ ਕੀਤਾ। ਧਨ ਜਨਨੀ ਜਿਨ ਜਾਇਆ, ਧਨ ਪਿਤਾ ਪ੍ਰਧਾਨ। ਤਿੰਨ ਧਨ ਜਣੇਂਦੀ ਮਾਓ ਆਏ ਸਫਲ ਸੇ। ਗੋਪੀ ਚੰਦ ਦੀ ਮਾਂ, ਧਰੂ ਭਗਤ ਦੀ ਮਾਂ, ਸ਼ੇਖ ਫਰੀਦ ਦੀ ਮਾਤਾ, ਜਿਨ੍ਹਾਂ ਨੇ ਆਪਣੇ ਬੱਚੇ ਚੰਗੇ ਪਾਸੇ ਲਾਏ, ਉਹ ਅੱਜ ਤੱਕ ਯਾਦ ਕੀਤੀਆਂ ਜਾਂਦੀਆਂ ਹਨ। ਸੋ ਇਸ ਪ੍ਰਕਾਰ ਧਨ ਭਈ ਤਿਨ ਕੀ ਜਨਨੀ, ਕੁਲ ਪਾਵਨ ਤਾਹਿ ਕਰੀ ਜਗ ਸਾਰੀ। ਭੂਮੀ ਸੋ ਪੁੰਨਯਵਤੀ ਕਰ ਸੋ, ਸਭ ਹੀ ਸੁਰ ਕੀ ਅਰਚਾ ਵਿਸਥਾਰੀ। ਬ੍ਰਹਮ ਸਨਾਤਨ ਹੇਰ ਜਨੇ, ਉਰ ਤੇ ਸਭ ਵਾਸਨ ਦੂਰ ਨਿਵਾਰੀ। ਵੇਦਨ ਕੀ ਗਤ ਜੇਤਕ ਥੀਤੇ, ਤੱਕੇ ਤਾਹੇ ਉਦਾਰ ਸੰਭਾਰੀ। ਮਾਤਾ ਜੀ ਦੇ ਕੋਲੋਂ ਆਗਿਆ ਮਿਲ ਗਈ। ਫਿਰ ਪਿਤਾ ਜੀ ਦੇ ਪਾਸ ਆ ਗਏ, ਨਮਸਕਾਰ ਕਰਕੇ ਆਗਿਆ ਮੰਗੀ। ਉਹ ਤਾਂ ਪਹਿਲਾਂ ਹੀ ਸਾਰੀ ਗੱਲ ਨੂੰ ਜਾਣਦੇ ਸਨ ਵੀ ਇਹ ਤਾਂ ਕੁਝ ਸਮੇਂ ਵਾਸਤੇ ਨਿਰੰਕਾਰ ਜੀ ਮਹਾਰਾਜ ਨੇ ਸਾਡੇ ਪਾਸ ਅਮਾਨਤ ਦਿੱਤੀ ਹੋਈ ਹੈ। ਇਹ ਥੋੜ੍ਹੇ ਸਮੇਂ ਬਾਅਦ ਸਾਧੂ ਬਣ ਜਾਏਗਾ, ਚਲੇ ਜਾਏਗਾ ਤੇ ਦੁਨੀਆ ਨੂੰ ਤਾਰੇਗਾ। ਜੋ ਬਚਨ ਮਹਾਂਪੁਰਖਾਂ ਨੇ, ਬਧੌਸ਼ੀ ਵਾਲਿਆਂ ਨੇ ਕਹੇ ਸਨ, ਉਹ ਜ਼ਰੂਰ ਹੀ ਸਹੀ ਤੇ ਸੱਚੇ ਹਨ। ਔਰ ਇਸ ਤਰ੍ਹਾਂ ਦੇ ਨਾਲ ਪਰ ਕੁਝ ਕੁ ਨੇਕ ਸਿੱਖਿਆ ਜ਼ਰੂਰੀ ਦੇਣੀ ਸਮਝੀ। ਸਾਰੀ ਜ਼ਿੰਦਗੀ ਜੜ ਚੇਤਨ ਮਾਇਆ ਤੋਂ ਪਰਹੇਜ਼ ਰੱਖਣ ਦੀ ਗੱਲ ਪਿਤਾ ਜੀ ਨੇ ਆਖੀ। ਪ੍ਰਵਿਰਤੀ ਦੇ ਪਸਾਰੇ ਤੋਂ ਨਿਰਲੇਪ ਅਤੇ ਅਸੰਗ ਰਹਿਣ ਦੀ ਗੱਲ ਆਖੀ। ਤੇ ਇਹ ਵੀ ਵਚਨ ਕਿਹਾ ਕਿ ਤੁਹਾਡੇ ਵੱਲੋਂ ਸਦਾ ਠੰਡੀ ਹਵਾ ਆਵੇ। ਮੈਂ ਆਪਣੇ ਕੰਨੀ ਤੁਹਾਡਾ ਜਸ ਹੀ ਸੁਣਾ। ਜਾਓ, ਗੁਰੂ ਤੁਹਾਡੇ ਅੰਗ ਸੰਗ ਹੈ। ਪਿਤਾ ਜੀ ਤੋਂ ਆਗਿਆ ਪ੍ਰਾਪਤ ਕਰਕੇ ਆਪ ਜੀ ਪਟਿਆਲੇ ਆ ਗਏ। 10ਵੀਂ ਦਾ ਸਾਲਾਨਾ ਇਮਤਿਹਾਨ ਤਾਂ ਦਿੱਤਾ, ਪਰਚੇ ਤਾਂ ਦਿੱਤੇ, ਪਰ ਨਤੀਜੇ ਦੀ ਉਡੀਕ ਤੋਂ ਬਿਨਾਂ ਹੀ ਮੁੜ ਸੰਤਾਂ ਦੇ ਚਰਨਾਂ ਵਿੱਚ ਰੇਰੂ ਸਾਹਿਬ ਆ ਕੇ ਹਾਜ਼ਰ ਹੋ ਗਏ। ਆ ਕੇ ਨਮਸਕਾਰ ਕਰਨ ਸਮੇਂ ਕਾਫੀ ਚਿਰ ਚਰਨਾਂ ਦੇ ਨਾਲ ਲਿਪਟੇ ਰਹੇ। ਐਸਾ ਆਨੰਦ ਆਇਆ ਕਿ ਸਿਰ ਉੱਚਾ ਚੁੱਕਣਾ ਹੀ ਭੁੱਲ ਗਏ। ਇਹ ਮਿਲਾਪ ਦਾ ਆਨੰਦ ਵੀ ਗੂੰਗੇ ਦੀ ਮਠਿਆਈ ਵਾਂਗੂ ਕਥਨ ਕਰਨ ਤੋਂ ਬਾਹਰ ਹੈ। ਇਸ ਦੀ ਮਸਤੀ ਕਦੇ ਨਹੀਂ ਲੈਂਦੀ। ਅੱਖੀਂ ਰੰਗ ਰੰਗੀਲੇ ਰਤੀਆਂ, ਜਿਨ ਕੋ ਪ੍ਰੇਮ ਖੁਮਾਰੀ। ਜਿਸ ਦੀ ਕੈਫ ਨਾ ਉਤਰੀ, ਕਭੀ ਸਦਾ ਰਹਿ ਮਤਵਾਰੀ। ਪੋਸਤ ਭੰਗ ਅਫੀਮਾ ਕੋਲੋਂ, ਪ੍ਰੇਮ ਪਿਆਲਾ ਭਾਰੀ। ਸੰਤ ਦਾਸ ਜਦ ਦਿਲਬਰ ਮਿਲਿਆ, ਤਿਸ ਦਿਨ ਥੀ ਬਲਿਹਾਰੀ। 18 ਸਾਲ ਦੀ ਚੜ੍ਹਦੀ ਜਵਾਨੀ ਦਾ ਵੇਗ ਹਰ ਪ੍ਰਾਣੀ ਦੇ ਲਹੂ ਨੂੰ ਜੁੰਬਸ ਦੇ ਕੇ ਅਰਮਾਨਾਂ ਦੇ ਹੜ੍ਹਾਂ ਦੇ ਬਾਬਰੋਲੇ ਅਤੇ ਝੱਖੜ ਵਗਾਉਣੇ ਸ਼ੁਰੂ ਕਰਦਾ ਹੈ। ਇਨਸਾਨੀ ਜੁੱਸੇ ਦੇ ਅੰਗ ਅੰਗ ਵਿੱਚ ਨਰੋਏ ਨਿੱਘੇ ਖੂਨ ਦੀ ਰੌਂ ਰੁਮਕਦੀ ਹੈ। ਬਸੰਤ ਰੁੱਤ ਦੀਆਂ ਨਵੀਆਂ ਪੁੰਗਰ ਦੀਆਂ ਕਰੂੰਬਲਾਂ ਵਾਂਗੂ ਸਰੀਰ ਦੇ ਵਿੱਚੋਂ ਜੋਬਨ ਦਾ ਨਿਖਾਰ ਪ੍ਰਤੱਖ ਦਿਸਦਾ ਹੈ। ਔਰ ਹਰ ਯੁਵਕ ਅਣਹੋਣੀਆਂ ਨੂੰ ਹੋਣੀਆਂ ਬਣਾ ਸਕਣ ਦੀਆਂ ਤਰੰਗਾਂ ਦੀ ਮਸਤੀ ਵਿੱਚ ਜਵਾਨੀ 'ਚ ਪੈਰ ਧਰਦਾ ਹੈ। ਪਰ ਕੁਝ ਕੁ ਮਾਨਸਿਕ ਬਿਮਾਰ ਜਾਂ ਸਰੀਰਕ ਰੋਗੀ ਇਸ ਮਸਤੀ ਦੀਆਂ ਝੁੰਮਣੀਆਂ ਦਾ ਆਨੰਦ ਨਹੀਂ ਮਾਣ ਸਕਦੇ। ਪਰ ਸਾਡੇ ਗੁਲਾਬ ਤੋਂ ਹੋਣੇ ਹੋਣੇ ਬਣ ਰਹੀ ਈਸ਼ਰ ਹਰੀ ਦੀ ਕਾਇਆ ਜਵਾਨੀ ਦੇ ਜੋਬਨ ਨੂੰ ਕਬੂਲਣ ਤੋਂ ਹਿਚਕਚਾਉਂਦੀ ਸੀ। ਸੁਰਤੀ ਬਾਹਰ ਦੀ ਥਾਂ ਅੰਤਰਮੁਖ ਹੁੰਦੀ ਜਾ ਰਹੀ ਸੀ। ਗੁਲਾਬ ਵਰਗੀ ਧੀਮੀ ਧੀਮੀ ਭਾ ਮਾਰਦੇ ਮੁਖੜੇ ਉੱਪਰ ਹੰਝੂਆਂ ਦੀ ਧਾਰਾ ਕੈਲਾਸੋਂ ਨਿਕਲੀ ਗੰਗਾ ਜਮਨਾ ਦੇ ਤੀਬਰ ਵੇਗ ਨੂੰ ਮਾਤ ਕਰਦੀ ਸੀ। ਹਰ ਡਲਕਦਾ ਮੋਤੀ ਆਪਣੇ ਸੌ ਸਾਗਰ ਨੂੰ ਭਾਲਣ ਲਈ ਬਿਰਹੋਂ ਤੜਫਦੀ ਝੀਣੀ ਬਾਣ ਦੀ ਸੰਗੀਤਕ ਤਰੰਗ ਦੇ ਰੂਪ ਵਿੱਚ ਵਿਹਬਲ ਸੀ। ਗੁਲਾਬ ਦੇ ਲੰਮੇ ਤੇ ਠੰਡੇ ਸਾਹ ਹਰ ਵੇਖਣ ਵਾਲੇ ਦੇ ਹਿਰਦੇ ਨੂੰ ਕਿਸੇ ਬੇਬਸੀ ਦੇ ਅਨੁਮਾਨ ਦੀਆਂ ਟੋਹਾਂ ਦਿੰਦੇ ਸਨ। ਸੂਝਵਾਨ ਇਸ ਨੂੰ ਬਿਰਹੋਂ ਦਾ ਰੋਗ ਆਖਦੇ ਹਨ, ਪਰ ਇਹ ਰੋਗ ਤਾਂ ਨਹੀਂ ਸੀ। ਇਹ ਤਾਂ ਆਸ਼ਕਾਂ ਦਾ ਆਪਣੇ ਮਹਿਬੂਬ ਵਸਲ ਦੀ ਪ੍ਰਾਪਤੀ ਲਈ ਉੱਡਣ ਖਟੋਲਾ ਸੀ।
ਜੋ ਸਾਲਾਂ ਦਾ ਪੰਧ ਦਿਨਾਂ ਵਿੱਚ ਮੁਕਾਉਂਦਾ ਹੈ। ਆਸ਼ਿਕਾਰਾਂ ਨਵ ਨਿਸ਼ਾਨੀ ਐ ਪਿਸਰ, ਜਵਾਨੀ ਦਾ ਸਮੁੱਚਾ ਵੇਗ ਕਿਸੇ ਅੰਦਰੂਨੀ ਧੂ ਦਾ ਵਿੰਨਿਆ ਕੇਂਦਰਿਤ ਹੋ ਗਿਆ ਅਤੇ ਧੁਰ ਸੰਸਕਾਰਾਂ ਦੇ ਮੰਡਲ ਵਿੱਚ ਝੱਖੜ ਉੱਠ ਖੜੇ। ਸੰਸਕਾਰਾਂ ਨੇ ਚਿੱਤ ਦੀ ਚੇਤਨਾ ਨੂੰ ਹਕੀਕਤ ਦਿੱਤੀ ਅਤੇ ਚਿੱਤ ਨੇ ਬੁੱਧੀ ਨੂੰ ਪ੍ਰੇਰਿਤ ਕੀਤਾ। ਬੁੱਧੀ ਨੇ ਮਨ ਦੇ ਸੰਕਲਪਾਂ ਨੂੰ ਪ੍ਰੀਤਮ ਦੇ ਪਿਆਰ ਵਿੱਚ ਪਰੋ ਦਿੱਤਾ। ਆਖਰ ਨੂੰ ਫੈਸਲਾ ਹੋ ਗਿਆ ਕਿ ਇਹ ਕੱਪੜ ਭੋਗ ਦੁਨੀਆ ਦੇ ਰਸ ਅਤੇ ਅਵਰ ਕਾਜ, ਡਰਾਉਣੀ ਭਿਆਨਕ, ਇਹ ਤਿਲਸਮੀ ਕਿਰਿਆ ਜਾਦੂ ਜੋ ਇਸ਼ਕ ਦੇ ਰਾਹੋਂ ਭਟਕਾਉਂਦੇ ਹਨ। ਮਨ ਦੇ ਉਲਾਸ ਵਸੇ ਕਾਮਲ ਸਹਿਜ ਵੇਗੀ ਵਿੱਚ ਤਨੋ ਮਨੋ ਸਮਾ ਜਾਣ ਦੇ ਆਸ਼ੇ ਰੇਰੂ ਸਾਹਿਬ ਪੁੱਜ ਗਏ। ਵੱਡੇ ਸੰਤਾਂ ਪਾਸ ਆਪਣੀ ਅੰਤਰੀਵ ਅਵਸਥਾ ਬਿਆਨ ਕੀਤੀ। ਮਹਾਂਪੁਰਸ਼ਾਂ ਨੇ ਦਿਵ ਦ੍ਰਿਸ਼ਟੀ ਦੁਆਰਾ ਇਸ ਅਮੋਲਕ ਹੀਰੇ ਨੂੰ ਚੰਗੀ ਤਰ੍ਹਾਂ ਪਰਖ ਲਿਆ ਅਤੇ ਆਪਣੇ ਤਾਜ ਦੇ ਵਿੱਚ ਮੜ੍ਹਨ ਦਾ ਇਰਾਦਾ ਕਰਕੇ ਵਧੇਰਾ ਕੀਮਤੀ ਬਣਾਉਣ ਵਾਸਤੇ ਕਠਨ ਤਤਿਖਿਆ ਦੀ ਪਰਖ ਵਿੱਚ ਪਾਉਣ ਲਈ ਆਪਣੇ ਹਜ਼ੂਰੀਏ ਗੜਵਈ ਦੀ ਡਿਊਟੀ ਬਖਸ਼ ਦਿੱਤੀ। ਬਸ ਫੇਰ ਕੀ ਸੀ, ਆਲਸ, ਨੀਂਦ, ਭੁੱਖ ਤੇ ਦੂਰ ਹੋ ਗਈ। ਸਾਈਂ ਵਾਲੇ ਸੁਖ ਨਾ ਸੌਂਦੇ ਤੇ ਰੱਜ ਨਾ ਖਾਂਦੇ ਰੋਟੀ। ਔਰਤ ਦੇਖ ਉਹ ਨਾਹਿ ਲੁਭੀਵਨ, ਚਾੜੀ ਅਸਲ ਲੰਗੋਟੀ। ਮਨ ਤੋਂ ਸਭ ਮਨ ਮਾਵਣ ਆਪਣੀ, ਸੱਚ ਦੀ ਮਾਰ ਕਸੌਟੀ। ਚੂਹੜ ਸਾਈਂ ਵਾਲਾ ਕੋਈ, ਹੋਰ ਸਗਲੀ ਖਲਕਤ ਖੋਟੀ। ਫਿਰ ਤਾਂ ਇਹ ਅਵਸਥਾ ਹੋ ਗਈ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ। ਗੋਲਾ ਮੁੱਲ ਖਰੀਦ ਕਾਰੈ ਜੋਵਣਾ। ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ। ਪੀਹਣ ਹੋਏ ਜਦੀਦ ਪਾਣੀ ਢੋਵਣਾ। ਪੱਖੇ ਦੀ ਤਾਗੀਦ ਪੱਗ ਮਲ ਧੋਵਣਾ। ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ। ਦਰ ਦਰਵੇਸ ਰਸੀਦ ਪਿਰਮ ਰਸ ਭੋਵਣਾ। ਚੰਦ ਮੁਮਾਰਖ ਈਦ ਪੁੱਗ ਖਲੋਵਣਾ। ਸੇਵਕ ਅਵਸਥਾ ਵਿੱਚ ਪੂਰਨ ਉਤਰਨ ਵਾਸਤੇ ਉਪਰੋਕਤ ਰਹਿਣੀ ਬਹਿਣੀ ਵਾਲੇ ਸੰਤ ਸੇਵੀ ਤੇ ਸੱਚੇ ਸੇਵਕ ਦੀ ਪਦਵੀ ਦੇ ਅਧਿਕਾਰੀ ਹੋ ਸਕਦੇ ਹਨ। ਇਹਨਾਂ ਹੀ ਸ਼ੁਭ ਗੁਣਾਂ ਨੂੰ ਧਾਰ ਕੇ ਸੰਤ ਈਸ਼ਰ ਸਿੰਘ ਜੀ ਮਹਾਰਾਜ ਨੇ ਆਪਣਾ ਜੀਵਨ ਇਹੋ ਜਿਹਾ ਢਾਲ ਲਿਆ। 1924 ਈਸਵੀ ਦੇ ਅਪ੍ਰੈਲ ਮਹੀਨੇ ਦੁਬਾਰਾ ਹਾਜ਼ਰੀ ਦਿੱਤੀ ਤੇ ਮਹਾਂਪੁਰਸ਼ਾਂ ਦੇ ਅੰਤਮ ਸਵਾਸਾਂ ਤੱਕ ਸੇਵਾ ਤੇ ਸਿਮਰਨ ਦੇ ਵਿੱਚ ਨਿਭਾ ਦਿੱਤੀ। ਆਪ ਜੀ ਦੀ ਕਠਨ ਤਤਿਖਿਆ ਨੂੰ ਲਿਖਿਆ ਨਹੀਂ ਜਾ ਸਕਦਾ, ਨਾ ਬੋਲ ਕੇ ਦੱਸਿਆ ਜਾ ਸਕਦਾ ਹੈ। ਪੌਣੇ 3 ਸਾਲਾਂ ਦਾ ਸਮਾਂ ਗੁਰਚਰਨਾਂ ਵਿੱਚ ਰਹਿ ਕੇ ਸੰਤ ਸੇਵਾ ਵਿੱਚ ਬਤੀਤ ਕੀਤਾ ਅਤੇ ਇਤਨਾ ਸਮਾਂ ਇੱਕੋ ਹੀ ਖੱਦਰ ਦੀ ਚਾਦਰ ਤੇ ਫੂੜੀ ਨੂੰ ਹੀ ਆਪਣਾ ਜੀਵਨ ਸਾਥੀ ਬਣਾਈ ਰੱਖਿਆ। ਨਾ ਦਿਨੇ ਭੋਜਨ ਦਾ ਖਿਆਲ, ਨਾ ਰਾਤ ਨੂੰ ਆਰਾਮ। ਸਰੀਰ ਬਹੁਤ ਕਿਰਸ ਹੋ ਗਿਆ, ਪਰ ਮਨ ਸਦਾ ਚੜ੍ਹਦੀਆਂ ਕਲਾਂ ਵਿੱਚ ਰਿਹਾ। ਅੰਦਰ ਬੈਰਾਗ ਇੰਨਾ ਸੀ ਕਿ ਲੰਬੇ ਅਰਸੇ ਵਿੱਚ ਇਹੋ ਜਿਹਾ ਕੋਈ ਦਿਨ ਨਹੀਂ ਸੀ ਲੰਘਿਆ ਜਿਸ ਦਿਨ ਆਪਨੇ ਕਦੀ ਹੱਸ ਕੇ ਵੇਖਿਆ ਹੋਵੇ, ਜਾਂ ਜਿਸ ਦਿਨ ਕਦੀ ਆਪਨੇ 1 ਜਾਂ 2 ਵਾਰੀ ਪਰਮੇਸ਼ਰ ਵਿਜੋਗ ਦੇ ਵਿੱਚ ਰੁਦਨ ਨਾ ਕੀਤਾ ਹੋਵੇ। ਮਨ ਵਿੱਚ ਇਹ ਪਰਪੱਕ ਨਿਸ਼ਚਾ ਸੀ, ਮਰ ਨਾ ਜਾਹੀ ਜਿਨਾ ਬਿਸਰਤ ਰਾਮ, ਨਾਮ ਵਿਹੂਣ ਜੀਵਨ ਕੌਣ ਕਾਮ। ਆਪ ਜੀ ਨੇ ਇਹ 4 ਗੱਲਾਂ ਧਾਰਨ ਕੀਤੀਆਂ ਸਨ। ਥੋੜਾ ਖਾਣਾ, ਥੋੜਾ ਸੌਣਾ, ਘੱਟ ਬੋਲਣਾ ਅਤੇ ਇਕਾਂਤ ਵਿੱਚ ਰਹਿਣਾ। ਐਤਵਾਰ ਦੀ ਛੁੱਟੀ ਵਾਲੇ ਦਿਨ ਜਾਂ ਵੱਡੇ ਦਿਨਾਂ ਦੀਆਂ ਛੁੱਟੀਆਂ ਨੂੰ ਜੇ ਕੋਈ ਪਟਿਆਲੇ ਜਾਂ ਸਕੂਲ ਤੋਂ ਹਮਜਵਾਤੀ ਮਿਲਣ ਆਉਂਦਾ ਤਾਂ ਉਸ ਦੀ 1 ਵਾਰੀ ਫਤਿਹ ਦਾ ਜਵਾਬ ਦੇ ਕੇ ਦੂਜੀ ਵਾਰੀ ਐਦਾਂ ਕੋਲੋਂ ਲੰਘ ਜਾਂਦੇ ਨੀਵੀਂ ਪਾ ਕੇ ਜਿਵੇਂ ਜਾਣਦੇ ਹੀ ਨਾ ਹੋਣ, ਕਦੇ ਵਾਕਫੀ ਨਾ ਹੋਵੇ। ਉਹ ਇਸ ਵਰਤਾਓ ਦਾ ਕਈ ਵਾਰ ਆਪਣੇ ਮਨ ਵਿੱਚ ਖਿਆਲ ਵੀ ਕਰਦੇ, ਕਈ ਨਾਰਾਜ਼ ਵੀ ਹੋ ਜਾਂਦੇ। ਜੋ ਦਿਨ ਵਿੱਚ 3-3 ਵਾਰੀ ਆਪਣੀ ਵਰਦੀ ਬਦਲਦੇ ਅਤੇ 1 ਵਾਰ ਪਾਏ ਵਸਤਰ ਮੁੜ ਧੋ ਕੇ ਪ੍ਰੈਸ ਕੀਤਿਆਂ ਤੋਂ ਬਗੈਰ ਨਹੀਂ ਸੀ ਪਾਉਂਦੇ,
ਜਿਸ ਦੀ ਪਟਿਆਲਾ ਦੇ ਬਾਜ਼ਾਰਾਂ ਵਿੱਚ ਲੰਘਦਿਆਂ ਸੁੰਦਰਤਾ ਵੇਖ ਕੇ ਲੋਕੀ ਇੱਕ ਦੂਜੇ ਨੂੰ ਉਂਗਲਾਂ ਨਾਲ ਇਸ਼ਾਰੇ ਕਰਦੇ ਕਿ ਉਹ ਗੁਲਾਬ ਸਿੰਘ ਜਾਂਦਾ ਹੈ, ਦੇਖੋ ਰੱਬ ਨੇ ਕਿੰਨੀ ਸੁੰਦਰਤਾ ਬਖਸ਼ੀ ਹੈ। ਅੱਜ ਉਸ ਨੂੰ ਮੋਟੇ ਖੱਦਰ ਦੇ ਕੱਪੜਿਆਂ ਵਿੱਚ ਦੇਖ ਕੇ, ਜਿਨ੍ਹਾਂ ਦੀ ਸਫਾਈ ਵੱਲ ਵੀ ਕਦੇ ਘੱਟ ਹੀ ਖਿਆਲ ਹੁੰਦਾ, ਸਾਰੇ ਹੈਰਾਨ ਹੋ ਜਾਂਦੇ। ਪਰ ਆਪ ਜੀ ਸਦਾ ਅਬੋਲ ਰਹਿੰਦੇ, ਕੁਝ ਨਾ ਕਹਿੰਦੇ। ਜੇ ਕਦੇ ਆਪ ਜੀ ਦੇ ਭੂਆ ਦੇ ਪੁੱਤਰ ਮਹਾਰਾਜਾ ਪਟਿਆਲੇ ਦੇ ਨਫਰ ਸਰਦਾਰ ਦਲੀਪ ਸਿੰਘ ਨੇ ਵੀ ਆਉਣਾ, ਤਾਂ ਉਹਨਾਂ ਨੇ ਪਹਿਲਾਂ ਵੱਡੇ ਸੰਤਾਂ ਪਾਸ ਬੇਨਤੀ ਕਰਨੀ, ਫਿਰ ਉਹਨਾਂ ਦੇ ਹੁਕਮ ਨੂੰ ਮੰਨ ਕੇ ਕੇਵਲ 2-4 ਮਿੰਟ ਹੀ ਬਚਨ ਕਰਨੇ, ਪਰ ਉਹ ਵੀ ਪਰਮਾਰਥ ਦੇ, ਦੁਨਿਆਵੀ ਨਹੀਂ। ਹੋਰ ਸਾਰਾ ਸਮਾਂ ਗੁਰ ਸ਼ਬਦ ਦੇ ਜਾਪ ਜਾਂ ਸੰਤ ਸੇਵਾ ਦੇ ਵਿੱਚ ਬੀਤਦਾ। ਆਪਣਾ ਤਨ ਮਨ ਕੁਰਬਾਨ ਕਰਕੇ ਹੀ ਸੰਤਾਂ ਦੀ ਪ੍ਰਸੰਨਤਾ ਪ੍ਰਾਪਤ ਕਰਨੀ ਚਾਹੁੰਦੇ ਸਨ। ਹਰ ਸਮੇਂ ਮਨ ਦੇ ਵਿੱਚ ਸੱਧਰ ਬਣੀ ਰਹਿੰਦੀ ਸੀ। ਕੇਸਾਂ ਕਾ ਕਰ ਚਬਰ ਢਲਾਵਾਂ, ਸੀਸ ਕਾਟ ਭੇਟ ਦੇਵਾਂ, ਜਿਨ ਮੋਕੋ ਪ੍ਰਭ ਪੰਥ ਬਤਾਇਆ, ਤਾਂ ਕੋ ਇਹ ਬਿਦ ਸੇਵਾਂ। ਅਤ ਦੁਰਲਭ ਪ੍ਰਭ ਕੀ ਪਿਆਰੀ, ਸੰਤ ਖੁਸ਼ੀ ਮੈਂ ਲੇਵਾਂ, ਹੋਵੋ ਮੁਕਤ ਤਰੋਂ ਭਵ ਸਾਗਰ, ਭੋਜਨ ਹਰ ਜਸ ਸੇਵਾਂ। ਜਿਵੇਂ ਪਾਰਸ ਦੀ ਸ਼ੋਹ ਲੋਹੇ ਨੂੰ ਸੋਨਾ ਤਾਂ ਬਣਾ ਦਿੰਦੀ ਹੈ, ਪਰ ਪਾਰਸ ਨਹੀਂ ਬਣਾ ਸਕਦੀ। ਪਰੰਤੂ ਜੋ ਮਹਾਂਪੁਰਸ਼ਾਂ ਦੀ ਸੰਗਤ ਹੁੰਦੀ ਹੈ, ਇਹ ਮਹਾਂਪੁਰਸ਼ ਹੀ ਬਣਾ ਲੈਂਦੀ ਹੈ। ਵਿਦਵਾਨ ਪੁਰਸ਼ਾਂ ਨੇ ਪਾਰਸ ਦੇ ਵਿੱਚ ਤੇ ਮਹਾਂਪੁਰਸ਼ਾਂ ਦੇ ਵਿੱਚ ਫਰਕ ਕਥਨ ਕੀਤਾ ਹੈ। ਪਾਰਸ ਮੇ ਅਰ ਸੰਤ ਮੇ ਵੱਡੋ ਅੰਤਰੋ ਜਾਨ, ਵਹਿ ਲੋਹਾ ਕੰਚਨ ਕਰੈ ਵਹਿ ਕਰ ਹੈ ਆਪ ਸਮਾਨ। ਸੰਗਤ ਕਰੀਏ ਸਾਧ ਕੀ, ਬੰਦਿਓ ਕਰੇ ਖੁਦਾਏ, ਲੋਹਾ ਕੰਚਨ ਹੋਤ ਹੈ ਦੇਖੋ ਪਾਰਸ ਲਾਏ। ਦੇਖੋ ਪਾਰਸ ਲਾਏ ਮੂਲ ਨਾ ਜਾਣੋ ਹਾਸਾ, ਸਭ ਤਰ ਚੰਦਨ ਹੋਤ ਜਾਹੇ ਬਾਵਨ ਕਾ ਵਾਸਾ। ਕਹਿ ਗਿਰਦਰ ਕਬੀਰਾਏ ਨਦੀ ਸੰਸੇ ਕੀ ਤਰੀਏ, ਵੱਡੇ ਭਾਗ ਜਬ ਹੋਏ ਤਾਂ ਸੰਗਤ ਸਾਧ ਕੀ ਕਰੀਏ। ਸੋ ਇਸ ਤਰ੍ਹਾਂ ਦੇ ਨਾਲ ਪਰਮੇਸ਼ਰ ਦੇ ਪਿਆਰਿਆਂ ਦੀ ਜਿਹੜੀ ਸੰਗਤ ਹੈ, ਉਹ ਪਰਮੇਸ਼ਰ ਰੂਪ ਬਣਾ ਦਿੰਦੀ ਹੈ। ਸੰਤ ਜੀ ਮਹਾਰਾਜ ਨੂੰ ਰੇਰੂ ਸਾਹਿਬ ਵਾਲੇ ਵੱਡੇ ਸੰਤਾਂ ਨੇ ਆਪਣੀ ਆਗਿਆ ਦੇ ਵਿੱਚ ਰੱਖ ਕੇ 12 ਬੰਨੀ ਦਾ ਸ਼ੁੱਧ ਕੁੰਦਨ ਬਣਾਉਣ ਲਈ ਸੇਵਾ ਸਿਮਰਨ ਦੀ ਕੁਠਾਲੀ ਵਿੱਚ ਪਾ ਦਿੱਤਾ। ਉਹਨਾਂ ਦੇ ਨਾਲ ਆਪ ਜੀ ਕਈ ਵਾਰੀ ਬਾਬਾ ਕਰਮ ਸਿੰਘ ਜੀ ਮਹਾਰਾਜ ਦੀ ਸਾਲਾਨਾ ਬਰਸੀ ਵਾਲੇ ਦਿਨ ਮਾਘਵਦੀ ਨੌਮੀ ਦੇ ਜੋੜ ਮੇਲੇ ਤੇ ਸੈਦੂ ਸਾਹਿਬ ਗਏ। ਹਰਿਦੁਆਰ ਤੇ ਅਨੰਦਪੁਰ ਸਾਹਿਬ ਦੀ ਯਾਤਰਾ ਵੀ ਕੀਤੀ। ਗੁਰੂ ਕੀ ਕਾਸ਼ੀ ਦਮਦਮੇ ਸਾਹਿਬ ਅਤੇ ਸੱਚਖੰਡ ਹਜੂਰ ਸਾਹਿਬ ਦੇ ਦਰਸ਼ਨ ਕੀਤੇ। ਵੱਡੇ ਬਾਬਾ ਜੀ ਮਾਘਵਦੀ ਨੌਮੀ ਨੂੰ ਕਈ ਸਾਲ ਬਾਬਾ ਕਰਮ ਸਿੰਘ ਜੀ ਮਹਾਰਾਜ ਦੇ ਸਾਲਾਨਾ ਜੋੜ ਮੇਲੇ ਤੇ ਸੈਦੂ ਸਾਹਿਬ ਪੁੱਜਦੇ। ਇਸ ਜਗ ਸਮਾਗਮ ਦਾ ਸਾਰਾ ਪ੍ਰਬੰਧ ਆਪ ਹੀ ਕਰਦੇ। ਸੰਤ ਜੀ ਮਹਾਰਾਜ ਵੀ ਨਾਲ ਜਾਂਦੇ। ਸਰਹੱਦੀ ਇਲਾਕਾ, ਲੁੰਡੇ ਦਰਿਆ ਦਾ ਕਿਨਾਰਾ, ਜਿੱਥੇ ਅੱਤ ਜੋਰਾਂ ਦੀ ਸਰਦੀ ਪੈਂਦੀ ਹੈ, ਕਈ ਥਾਵਾਂ ਤੇ ਤਾਂ ਛੱਪੜਾਂ ਦੇ ਖੜੇ ਪਾਣੀ ਜੰਮ ਕੇ ਬਰਫ਼ ਬਣ ਜਾਂਦੇ ਹਨ। ਇਸ਼ਨਾਨ ਦੇ ਸਮੇਂ ਕੋਈ ਪ੍ਰੇਮੀ ਦਰਿਆ ਦੇ ਠੰਡੇ ਪਾਣੀ ਦੇ ਵਿੱਚ ਚੁੱਭਾ ਲਾਉਣ ਦਾ ਹੀਆ ਨਾ ਕਰਦਾ। ਦੰਦ ਵੱਜਦੇ, ਹੱਥਾਂ ਦੇ ਸੁੰਨ ਹੋ ਕੇ ਟੁੰਡ ਬਣ ਜਾਂਦੇ, ਕਮੀਜ਼ਾਂ ਦੇ ਬਟਨ ਬੰਦ ਕਰਨੇ ਤੇ ਕਛਹਿਰੇ ਬਦਲਣੇ ਔਖੇ ਹੋ ਜਾਂਦੇ ਸੀ। ਗਿੱਲੇ ਕਛਹਿਰੇ ਨਿਚੋੜਿਆਂ ਬਗੈਰ ਹੀ ਰੱਸੀਆਂ ਤੇ ਪਾਏ ਜਾਂਦੇ, ਜੋ ਪਾਣੀ ਨੁਚੜ ਕੇ ਡਾਂਗਾਂ ਦੇ ਸਮਾਨ ਸਖਤ ਹੋ ਜਾਂਦੇ। ਪਰ ਧੰਨ ਸਨ ਬਾਬਾ ਅਤਰ ਸਿੰਘ ਜੀ ਮਹਾਰਾਜ, ਜੋ ਇਤਨੀ ਸਖਤ ਸਰਦੀ ਵਿੱਚ ਵੀ ਰਾਤ ਦੇ ਦੀਵਾਨ ਦੀ ਸਮਾਪਤੀ ਉਪਰੰਤ ਹਮੇਸ਼ਾ ਬਾਹਰ ਜਾ ਕੇ ਦਰਿਆ ਦੇ ਕੰਢੇ ਤੇ ਬੈਠਦੇ। ਨਾਲ ਦੇ ਸਾਥੀਆਂ ਵਿੱਚੋਂ ਵੀ ਕੋਈ ਵਿਰਲਾ ਹੀ ਸਾਥ ਦਿੰਦਾ। ਰਾਤ ਨੂੰ ਗੁਰਦੁਆਰੇ ਸਾਹਿਬ ਵੀ ਭਾਰੀ ਕੰਬਲ ਤੇ 2-2 ਰਜਾਈਆਂ ਉੱਪਰ ਲੈ ਕੇ ਆਰਾਮ ਕਰਦੇ। ਇੱਕੋ ਇੱਕ ਸੇਵਾਦਾਰ ਸੰਤ ਈਸ਼ਰ ਸਿੰਘ ਨੇ ਆਖੀਰ ਤੱਕ ਸਾਥ ਨਿਭਾਇਆ, ਜਿਨ੍ਹਾਂ ਦੇ ਹੱਥ ਵਿੱਚ ਗੜਵਾ ਤੇ ਮੋਢੇ ਉੱਪਰ ਆਸਣ ਹੁੰਦਾ। ਨਿਗਾਹ ਨੀਵੀਂ ਤੇ ਨੇਤਰ ਬੰਦ ਕਰਕੇ ਉਹਨਾਂ ਨੇ ਮਾਲਕ ਦੀ ਰਜ਼ਾ ਦੇ ਵਿੱਚ ਮਗਰ ਤੁਰਨ ਦਾ ਪ੍ਰਣ ਕੀਤਾ ਸੀ। ਦਰਿਆ ਦੇ ਠੰਡੇ ਪਾਣੀ ਵਿੱਚ ਇਸ਼ਨਾਨ ਕਰਕੇ
ਸੰਤਾਂ ਦੇ ਨਾਲ ਹੀ ਉਸੇ ਥਾਂ ਕਿਨਾਰੇ ਬੈਠ ਜਾਣਾ। ਉੱਪਰ ਕੋਈ ਭਾਰੀ ਬਸਤਰ ਵੀ ਨਹੀਂ ਸੀ ਰੱਖਦੇ ਤਾਂ ਕਿ ਬੈਠਿਆਂ ਆਲਸ ਨਾ ਆ ਜਾਵੇ। ਸਰੀਰ ਨੂੰ ਕਠਨ ਤਤਿਖਿਆ ਦਿੰਦਿਆਂ ਕਦੇ ਇਸ ਦੇ ਸੰਭਾਲ ਵੱਲ ਧਿਆਨ ਨਹੀਂ ਸੀ ਕੀਤਾ। ਅਮੀਰ ਘਰਾਣੇ ਵਿੱਚ ਜਨਮ, ਸ਼ਹਿਰੀ ਜੀਵਨ, ਬਚਪਨ ਸਕੂਲਾਂ ਵਿੱਚ ਲੰਘਿਆ, ਚੜ੍ਹਦੀ ਜਵਾਨੀ ਸੰਤਾਂ ਪਾਸ ਆ ਗਏ। ਇਹੋ ਜਿਹੀ ਸਰਦੀ ਕਦੇ ਦੇਖੀ ਨਹੀਂ ਸੀ। ਹੁਣ ਸਰੀਰ ਨੂੰ ਠੰਡ ਲੱਗ ਗਈ, ਜਿਸ ਨਾਲ ਸਰੀਰ ਬਿਮਾਰ ਹੋ ਗਿਆ। ਫਿਰ ਸੰਤ ਜੀ ਮਹਾਰਾਜ ਦੇ ਹੁਕਮ ਨਾਲ ਆਪ ਜੀ ਨੂੰ ਗੁਰਦੁਆਰੇ ਵੱਖਰੇ ਕਮਰੇ ਵਿੱਚ ਆਰਾਮ ਕਰਵਾਇਆ। ਅੰਗੀਠੇ ਵਾਲੇ, ਉੱਪਰ ਕੰਬਲ ਵੀ ਪਾਏ, ਗਰਮ ਦੁੱਧ ਛਕਾਇਆ। ਫਿਰ ਸਰੀਰ ਨੂੰ ਕੁਛ ਆਰਾਮ ਆਇਆ। ਉਸ ਸਮੇਂ ਸਰਹੱਦੀ ਇਲਾਕੇ ਦਾ ਰਹਿਣ ਵਾਲਾ ਇੱਕ ਕਰਮਚੰਦ ਨਾਮੀ ਸੇਠ, ਜੋ ਬਾਬਾ ਜੀ ਦੇ ਪਾਸ ਅਰਜ਼ ਕਰਕੇ ਸਾਰੀ ਸੰਗਤ ਵਾਸਤੇ ਵਰਦੀਆਂ ਬਣਵਾਉਣ ਲਈ ਮਨਜ਼ੂਰੀ ਲੈ ਗਿਆ ਸੀ। ਸੰਤ ਜੀ ਨੇ ਉਹਨਾਂ ਵਸਤਰਾਂ ਵਿੱਚ 2 ਕਫਣੀਆਂ ਤੇ ਬਾਕੀ ਸਾਰੇ ਕਲੀਆਂ ਵਾਲੇ ਚੋਲੇ ਬਣਾਉਣ ਲਈ ਆਖਿਆ। ਜਦੋਂ ਉਸਨੇ ਤੀਸਰੇ ਦਿਨ ਸੰਤਾਂ ਅੱਗੇ ਸੀਤੇ ਹੋਏ ਕੱਪੜੇ ਲਿਆ ਕੇ ਰੱਖੇ ਤਾਂ ਕਫਣੀਆਂ 2 ਦੀ ਬਜਾਏ 4 ਸਨ। ਸੰਤ ਜੀ ਮਹਾਰਾਜ ਦੇ ਪੁੱਛਣ ਤੇ ਉਸਨੇ ਅਰਜ਼ ਕੀਤੀ, ਮਹਾਰਾਜ, ਹਜੂਰ ਦੇ 2 ਹੋਰ ਸਾਥੀ ਵੀ ਕਫਣੀਆਂ ਪਾਉਣੀਆਂ ਚਾਹੁੰਦੇ ਹਨ। ਤਾਂ ਸੰਤ ਜੀ ਕਹਿਣ ਲੱਗੇ, ਚੰਗਾ, ਇਹ ਉਹਨਾਂ ਨੂੰ ਦੇ ਦਿਓ। ਦੂਸਰੇ ਦਿਨ ਸਵਖਤੇ ਹੀ ਦੀਵਾਨ ਦੀ ਸਮਾਪਤੀ ਤੋਂ ਬਾਅਦ ਇੱਕ ਕਫਣੀ ਤਾਂ ਬਾਬਾ ਜੀ ਨੇ ਆਪਣੇ ਗਲ ਪਾ ਲਈ ਤੇ ਦੂਸਰੀ ਕਫਣੀ ਹੱਥ ਵਿੱਚ ਲੈ ਕੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਖੜੇ ਹੋ ਕੇ ਸੰਤ ਜੀ ਮਹਾਰਾਜ ਈਸ਼ਰ ਸਿੰਘ ਜੀ ਦੇ ਗਲ ਵਿੱਚ ਪਾਉਣ ਵਾਸਤੇ ਅਰਦਾਸ ਕੀਤੀ। ਹੇ ਦੀਨ ਦੁਨੀਆ ਦੇ ਵਾਲੀ ਸਤਿਗੁਰੂ ਨਾਨਕ ਦੇਵ ਜੀ, ਹੇ ਕਲਗੀਆਂ ਵਾਲੇ ਪਾਤਸ਼ਾਹ, ਆਪ ਜੀ ਦੇ ਚਰਨਾਂ ਤੋਂ ਵਰਸਾਏ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਵਾਲੀ ਜਗ੍ਹਾ ਤੇ ਹਾਜ਼ਰ ਹੋ ਕੇ ਆਪ ਜੀ ਦੇ ਨਿਰਮਾਣ ਸੇਵਕ ਈਸ਼ਰ ਸਿੰਘ ਨੂੰ ਅੱਜ ਕਫਣੀ ਪਵਾ ਕੇ ਸੰਤ ਬਣਾਉਣ ਲੱਗੇ ਹਾਂ ਅਤੇ ਫਕੀਰੀ ਦਾ ਬਾਣਾ ਦੇ ਰਹੇ ਹਾਂ। ਆਪ ਜੀ ਨੇ ਇਹਨਾਂ ਦੀ ਹਰ ਸਮੇਂ ਅੰਗ ਸੰਗ ਹੋ ਕੇ ਸਹਾਇਤਾ ਕਰਨੀ। ਬਿਰਧ ਬਾਣੇ ਦੀ ਲਾਜ ਨੂੰ ਪਾਲਦਿਆਂ ਹੋਇਆਂ ਧਾਰਨ ਕੀਤੇ ਭੇਖ ਦੀ ਲਾਜ ਰੱਖਣੀ, ਪੈਜ ਰੱਖਣੀ, ਚੜ੍ਹਦੀਆਂ ਕਲਾਂ ਕਰਨੀਆਂ। ਇਉਂ ਅਰਦਾਸ ਕਰਕੇ ਆਪਣੇ ਹੱਥੀਂ ਹਜੂਰ ਨੇ ਸੰਤ ਈਸ਼ਰ ਸਿੰਘ ਦੇ ਗਲ ਵਿੱਚ ਕਫਣੀ ਪਾ ਕੇ ਅਸੀਸਾਂ ਦਿੱਤੀਆਂ ਤੇ ਆਖਿਆ, ਲਓ ਹੁਣ ਤੁਸਾਂ ਅੱਜ ਫਕੀਰੀ ਬਾਣਾ ਧਾਰਨ ਕਰ ਲਿਆ। ਭਾਵੇਂ ਮਨ ਤਾਂ ਤੁਹਾਡਾ ਪਹਿਲਾਂ ਹੀ ਸਾਧੂ ਸੀ, ਪਰ ਬਾਹਰਲਾ ਲਿਬਾਸ ਹੋਣਾ ਵੀ ਜ਼ਰੂਰੀ ਹੈ, ਕਿਉਂਕਿ ਇਸ ਭੇਖ ਤੋਂ ਬਿਨਾਂ ਸਾਧੂ ਜੇ ਗ੍ਰਸਤੀ ਦੇ ਬੂਹੇ ਅੱਗੇ ਜਾਵੇ ਤਾਂ ਉਹ ਅੱਗਿਓਂ ਸਤਿਕਾਰ ਨਾ ਕਰੇ ਤਾਂ ਇਹਦਾ ਸਾਰਾ ਦੋਸ਼ ਸਾਧੂ ਨੂੰ ਲੱਗਦਾ ਹੈ। ਗ੍ਰਸਤੀ ਨੂੰ ਪਾਪ ਨਹੀਂ ਲੱਗਦਾ, ਕਿਉਂਕਿ ਸਾਧੂ ਨੇ ਭੇਖ ਨਹੀਂ ਸੀ ਧਾਰਨ ਕੀਤਾ ਹੋਇਆ। ਤੇ ਜੇਕਰ ਸਾਧੂਆਂ ਵਾਲਾ ਭੇਖ ਦੇਖ ਕੇ ਗ੍ਰਸਤੀ ਆਦਰ ਨਾ ਕਰੇ ਫਿਰ ਉਹ ਪਾਪਾਂ ਦਾ ਭਾਗੀ ਹੈ। ਇਉਂ ਸਾਧੂ ਨੂੰ ਆਪਣੇ ਧਰਮ ਦੀ ਪਾਲਣਾ ਕਰਨੀ, ਭੇਖ ਦੀ ਪਾਲਣਾ ਕਰਨੀ ਵੀ ਜ਼ਰੂਰੀ ਹੈ। ਨਾਲ ਦੇ ਸਾਥੀਆਂ ਦੇ ਮਨ ਵਿੱਚ ਖਿਆਲ ਆਇਆ ਕਿ ਬਾਬਾ ਜੀ ਸਾਡੇ ਗਲ ਵਿੱਚ ਵੀ ਇਸੇ ਤਰ੍ਹਾਂ ਅਰਦਾਸ ਕਰਕੇ ਕਫਣੀਆਂ ਪਾਉਣ। ਤਾਂ ਅੰਤਰਜਾਮੀ ਦਾਤੇ ਨੇ ਆਖਿਆ ਕਿ ਜਿਨ੍ਹਾਂ ਦਾ ਮਨ ਸਾਫ਼ ਹੈ ਉਹੋ ਹੀ ਅਸਲੀ ਸਾਧ ਹੈ। ਫਕੀਰ ਜਾਂ ਫਕੀਰੀ ਇਹ ਉਰਦੂ ਦਾ ਲਫ਼ਜ਼ ਹੈ ਜੋ ਫੇ, ਕਾਫ, ਯੇ ਤੇ ਰੇ ਇਹਨਾਂ 4 ਅੱਖਰਾਂ ਦੇ ਜੋੜ ਦੇ ਸ਼ਬਦ ਨਾਲ ਬਣਦਾ ਹੈ। ਇਹਦੇ ਸਹੀ ਅਰਥ ਹਨ, ਫੇ ਦਾ ਅਰਥ ਸੰਸਾਰ ਨੂੰ ਫਨਾ ਰੂਪ ਜਾਣਨਾ, ਕਾਫ ਕਨਾਇਤ ਸੰਤੋਖ ਧਾਰਨ ਕਰਨਾ, ਕਿਸੇ ਵੀ ਚੀਜ਼ ਦਾ ਲਾਲਚ ਨਹੀਂ ਕਰਨਾ, ਜੋ ਵੀ ਪਰਾਲਬਧ ਅਨੁਸਾਰ ਮਿਲ ਜਾਵੇ ਉਸੇ ਵਿੱਚ ਪ੍ਰਸੰਨ ਰਹਿਣਾ, ਤੇ ਪਾਸ ਆਏ ਪਦਾਰਥ ਨੂੰ ਵੰਡ ਕੇ ਛਕਣਾ। ਇਹ 3 ਗੱਲਾਂ ਜਿਹੜੀਆਂ ਨੇ ਸਾਧੂ ਦੇ ਧਾਰਨ ਕਰਨੇ ਯੋਗ ਹਨ। ਯੋਗ ਅਯੋਗ ਨੂੰ ਦੇਖ ਕੇ ਆਈ ਚੀਜ਼ ਮਨਾ ਨਾ ਕਰੇ, ਪਾਸ ਹੁੰਦੀ ਨੂੰ ਜਮਾ ਨਾ ਕਰੇ, ਜੇ ਕੋਲ ਨਹੀਂ ਹੈ ਤਾਂ ਤਮਾ ਨਾ ਕਰੇ। ਪਰਾਰਬਧ ਤੇ ਸ਼ਾਕਰ ਰਹਿ ਕੇ ਪ੍ਰਸੰਨਤਾ ਧਾਰੇ। ਜਿਵੇਂ ਬਿਰਛ ਹੈ ਉਹ ਗਰਮੀ, ਸਰਦੀ, ਧੁੱਪ ਨੂੰ, ਬਾਰਿਸ਼ ਨੂੰ ਸਹਾਰਦਾ ਹੋਇਆ ਇੱਕ ਰਸ ਅਡੋਲ ਖੜਾ ਰਹਿੰਦਾ ਹੈ ਤੇ ਫਲ ਲੱਗੇ ਤੋਂ ਝੁਕ ਕੇ ਨੀਵਾਂ ਵੀ ਹੋ ਜਾਂਦਾ ਹੈ, ਤੇ ਕਿਸੇ ਤੋੜਨ ਵਾਲੇ ਨੂੰ ਕਸ਼ਟ ਪ੍ਰਾਪਤ ਨਾ ਹੋਵੇ
ਬਲਕਿ ਲੋਕਾਂ ਤੋਂ ਇੱਟਾਂ ਖਾ ਕੇ ਵੀ ਮਿੱਠੇ ਫਲ ਦਿੰਦਾ ਹੈ। ਇਸੇ ਤਰ੍ਹਾਂ ਪਰਉਪਕਾਰੀ ਸਾਧੂ ਦਾ ਹਿਰਦਾ ਵੀ ਬਿਰਛ ਦੇ ਸਮਾਨ ਗਰਮੀ, ਸਰਦੀ, ਧੁੱਪ ਅਤੇ ਬਾਰਿਸ਼ ਨੂੰ ਸਹਾਰਨ ਵਾਲਾ ਹੋਣਾ ਚਾਹੀਦਾ ਹੈ। ਮਾਰੂ ਰਾਗ ਦਾ ਫਰਮਾਨ, ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ, ਕਾਜ ਗੁਆ ਕੋ ਲੈ ਸਵਾਰਿਓ, ਤਿਲ ਨਾ ਦੀਨੋ ਦੋਸ। ਫਰੀਦਾ ਸਾਹਿਬ ਦੀ ਕਰ ਬੰਦਗੀ, ਦਿਲ ਦੀ ਲਾਹੇ ਭਰਾਂਦ, ਦਰਵੇਸਾਂ ਨੂੰ ਲੋੜੀਐ ਰੁੱਖਾਂ ਦੀ ਜੀਰਾਂਦ। ਹਰ ਇੱਕ ਦੇ ਠੰਡੇ ਤੱਤੇ ਬੋਲ ਨੂੰ ਸਹਾਰਨ ਵਾਲੀ ਸਾਧੂ ਦੇ ਵਿੱਚ ਸਹਿਣਸ਼ੀਲਤਾ ਹੋਣੀ ਚਾਹੀਦੀ ਹੈ। ਖੋਦ ਖਾਦ ਧਰਤੀ ਸਹਿ, ਕਾਟ ਕੂਟ ਬਨ ਰਾਏ, ਬੋਲ ਕਬੋਲ ਸਾਧੂ ਸਹਿ, ਅਵਰ ਪੈ ਸਹਿਆ ਨਾ ਜਾਏ। ਇਉਂ ਸਬਰ ਸ਼ੁਕਰ ਵਿੱਚ ਪੱਕਾ ਰਹਿਣਾ ਇਹ ਫਕੀਰ ਦਾ ਦੂਸਰਾ ਗੁਣ ਹੈ। ਇਹ ਤੋਂ ਪਰਮੇਸ਼ਰ ਦੀ ਹਰ ਸਮੇਂ ਯਾਦ ਵਿੱਚ ਜੁੜੇ ਰਹਿਣਾ ਹੈ। ਰੇ ਇਸ ਤੋਂ ਭਾਵ ਹੈ ਕਿ ਉਸ ਨੂੰ ਸਾਰੇ ਰਮਿਆ ਹੋਇਆ ਵਿਆਪਕ ਜਾਣਨਾ ਹੈ। ਇਹ ਫਕੀਰੀ ਦੇ ਅਸਲ ਅਰਥ ਤੇ ਲੱਛਣ ਹਨ। ਕੇਵਲ ਭੇਖ ਧਾਰ ਕੇ ਹੀ ਫੇ ਤੋਂ ਫੁਲਕਾ, ਕਾਫ ਤੋਂ ਕੁਲਚਾ, ਇਹ ਤੋਂ ਯਖਨੀ, ਰੇ ਤੋਂ ਰਮਨੀ, ਇਹਦੇ ਮਗਰ ਲੱਗਿਆ ਰਹੇ, ਇਹ ਫਕੀਰ ਨਹੀਂ ਬਣ ਸਕਦਾ। ਕਿਉਂਕਿ ਫਕੀਰੀ ਤਿੰਨ ਤਰ੍ਹਾਂ ਦੀ ਹੈ, ਲੇਖ ਦੀ, ਭੇਖ ਦੀ ਤੇ ਪਿੱਛਾ ਮੁੜ ਮੁੜ ਦੇਖਦੀ। ਜਿਨ੍ਹਾਂ ਦੇ ਮਸਤਕ ਵਿੱਚ ਧੁਰੋਂ ਹੀ ਲੇਖ ਦੀ ਫਕੀਰੀ ਲਿਖੀ ਹੈ, ਉਹ ਆਪਣੇ ਘਰ ਵਿੱਚ ਸਾਰੇ ਸੁੱਖਾਂ ਦੇ ਪਦਾਰਥਾਂ ਦਾ ਤਿਆਗ ਕਰਕੇ ਕੇਵਲ ਪਰਮੇਸ਼ਰ ਪ੍ਰਾਪਤੀ ਵਾਸਤੇ ਹੀ ਸਾਧੂ ਬਣਦੇ ਹਨ। ਜਿਵੇਂ ਗੋਪੀ ਚੰਦ, ਰਾਜੇ ਭਰਤਰੀ ਵਰਗੇ ਰਾਜ ਪਦਵੀਆਂ ਨੂੰ ਠੋਕਰ ਮਾਰ ਕੇ ਸਾਧੂ ਬਣੇ। ਜਿਨ ਮਸਤਕ ਧੁਰ ਹਰ ਲਿਖਿਆ, ਤਿਨਾ ਸਤਿਗੁਰ ਮਿਲਿਆ ਰਾਮ ਰਾਜੇ। ਦੂਜੀ ਫਕੀਰੀ ਹੈ ਭੇਖ ਦੀ। ਅੰਤਰ ਤਾਂ ਗੁਣ ਨਾ ਹੋਣੇ, ਪਰ ਦੁਨੀਆ ਨੂੰ ਮਗਰ ਲਾਉਣ ਵਾਸਤੇ ਕੇਵਲ ਚਲੀਸੇ ਕੱਟ ਕੇ, ਛਿਲੇ ਕੱਟ ਕੇ ਸਿੱਧੀਆਂ ਪ੍ਰਾਪਤ ਕਰ ਲੈਣੀਆਂ, ਸਾਧੂਆਂ ਵਾਲਾ ਭੇਖ ਬਣਾ ਲੈਣਾ। ਪਰ ਸਚਾਈ ਤੋਂ ਬਿਨਾਂ ਉਹਨਾਂ ਦੀ ਇਹ ਹਾਲਤ ਹੁੰਦੀ, ਭੇਖ ਦਿਖਾਇਨ ਜਗਤ ਕੋ, ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ। ਜੱਲਣ ਜੀ ਕਹਿੰਦੇ ਹਨ, ਸੰਤਾਂ ਵਾਲੀ ਰਹਿਤ ਨਾ ਰੱਖਦਾ, ਜਗ ਮੈਂ ਸੰਤ ਕਹਾਇਆ, ਏਦੋਂ ਉੱਪਰ ਪਾਪ ਨ ਕੋਈ, ਜੇ ਰਹਿਣੀ ਬਿਨਾ ਪੂਜਾਇਆ। ਬਦਲਾ ਤਿਸ ਦਾ ਛੁਟਸੀ ਨਾਹੀ, ਲੇਖਾ ਲੈ ਧਰਮ ਰਾਇਆ, ਸਾਹਿਬ ਦੇ ਦਰ ਹੱਛਾ ਪੁਣੀਐ, ਜੱਲਣ ਕੂਕ ਸੁਣਾਇਆ। ਤੀਜੀ ਹੈ ਪਿੱਛਾ ਮੁੜ ਮੁੜ ਦੇਖਣ ਵਾਲੀ ਫਕੀਰੀ। ਕਿਸੇ ਗੱਲੋਂ ਘਰੋਂ ਰੁੱਸ ਕੇ ਸਾਧੂਆਂ ਦੇ ਡੇਰੇ ਤੇ ਆ ਗਿਆ, 2-4 ਦਿਨ ਠਹਿਰ ਕੇ ਲੱਗਾ ਫੇਰ ਪਿਛਲਿਆਂ ਦੀ ਉਡੀਕ ਕਰਨ ਵੀ ਮੈਨੂੰ ਕੋਈ ਮਨਾਉਣ ਵਾਲਾ, ਮੋੜਨ ਵਾਲਾ ਆਉਂਦਾ ਕਿ ਨਹੀਂ। ਜਾਂ 10-20 ਸਾਲ ਕਿਸੇ ਸਥਾਨ ਤੇ ਰਹਿ ਕੇ ਬਿਹੰਗਮ ਬਣਿਆ ਰਿਹਾ, ਫੇਰ ਗ੍ਰਸਤੀ ਬਣ ਗਿਆ, ਘਰ-ਬਾਰੀ ਬਣ ਗਿਆ। ਇਹ ਮੰਦ ਵਿਰਾਗੀ ਦੇ ਲੱਛਣ ਹਨ। ਤਰ ਤੀਬਰ ਵਿਰਾਗ ਵਾਲਾ ਹੀ ਅਸਲੀ ਸਾਧੂ ਬਣ ਸਕਦਾ ਹੈ। ਫਿਰ ਬਾਬਾ ਜੀ ਕਹਿਣ ਲੱਗੇ ਕਿ ਜਗਿਆਸੂ ਗੁਰਚਰਨਾਂ ਵਿੱਚ ਆ ਕੇ ਸਭ ਤੋਂ ਪਹਿਲਾਂ ਇਹਨਾਂ ਚੌਹਾਂ ਸਾਧਨਾਂ ਨੂੰ ਪਰਪੱਕ ਕਰੇ, ਫਿਰ ਉਹ ਗਿਆਨ ਦਾ ਅਧਿਕਾਰੀ ਹੋ ਜਾਂਦਾ ਹੈ। ਬੈਰਾਗ, ਵਿਵੇਕ, ਖਟ ਸੰਪਤੀ, ਮੋਖ ਇੱਛਾ। ਪਹਿਲਾਂ ਜਗਿਆਸੂ ਨੂੰ ਇਹਨਾਂ ਚੌਹਾਂ ਸਾਧਨਾਂ ਸਹਿਤ ਹੋਣਾ ਚਾਹੀਦਾ ਹੈ। ਵਿਵੇਕ ਦਾ ਸਰੂਪ ਕੀ ਹੈ? ਵਿਵੇਕ ਦਾ ਸਰੂਪ ਆਤਮਾ ਦੇ ਸਤ ਅਸਤ ਦੀ ਵਿਚਾਰ ਦਾ ਨਾਮ ਵਿਵੇਕ ਹੈ। ਭਾਵ ਆਪਣੇ ਆਤਮਾ ਨੂੰ ਨਾਸ ਤੋਂ ਰਹਿਤ, ਅਬਨਾਸੀ ਤੇ ਅਹਿਰਣਵਤ ਅਚਲ, ਇੱਕ ਅਤੇ ਪਰਿਪੂਰਨ ਨਿਸ਼ਚਾ ਕਰੇ। ਇਸ ਤੋਂ ਉਲਟ ਸੰਸਾਰ ਨੂੰ ਮਿਥਿਆ ਜਾਣੇ। ਅਨਾਤਮਾ, ਨਾਸਵਾਨ, ਚੰਚਲ ਤੇ ਪ੍ਰਛਿੰਨ ਹਨ। ਇਹ ਨਾਨਾ ਰੂਪਾਂ ਨੂੰ ਧਾਰਨ ਕਰਦੇ ਹਨ। ਇਸ ਪ੍ਰਕਾਰ ਦੇ ਸਤ ਅਸਤ ਦਾ ਨਾਮ ਹੀ ਵਿਵੇਕ ਹੈ, ਜੋ ਸਾਰੇ ਸਾਧਨਾਂ ਦਾ ਮੂਲ ਹੈ। ਅਬਨਾਸੀ ਆਤਮ ਅਚਲ, ਜਗ ਜਾਤੈ ਪ੍ਰਤਿਕੂਲ, ਐਸੋ ਗਿਆਨ ਵਿਵੇਕ ਹੈ, ਸਭ ਸਾਧਨ ਕੋ ਮੂਲ। ਬੈਰਾਗ ਦਾ ਕੀ ਸਰੂਪ ਹੈ? ਇਹ ਕਿੰਨੇ ਪ੍ਰਕਾਰ ਦਾ ਹੁੰਦਾ ਹੈ? ਬੈਰਾਗ 3 ਪ੍ਰਕਾਰ ਦਾ ਹੁੰਦਾ ਹੈ। ਮੰਦ ਬੈਰਾਗ, ਤੀਬਰ ਬੈਰਾਗ, ਤਰ ਤੀਬਰ ਬੈਰਾਗ। ਮੰਦ ਬੈਰਾਗ ਕਿਸ ਨੂੰ ਕਹਿੰਦੇ ਹਨ? ਨਾਰ ਮਰੈ ਘਰ ਸੰਪਤ ਨਾਸੀ, ਮੂੰਡ ਮੁੰਡਾਏ ਭਇਆ ਸੰਨਿਆਸੀ। ਭਾਵ ਕਿ ਇਸਤਰੀ ਦਾ ਵਿਛੋੜਾ ਪੈ ਗਿਆ, ਪੁੱਤਰ ਦਾ ਵਿਛੋੜਾ ਪੈ ਗਿਆ, ਜਾਂ ਪੈਸੇ ਦਾ ਵਿਛੋੜਾ ਪੈ ਗਿਆ, ਤਾਂ ਘਰ-ਬਾਰ ਛੱਡ ਕੇ ਸਾਧੂ ਹੋ ਜਾਂਦਾ ਹੈ। ਤੇ ਜੇ ਪਦਾਰਥ ਮਿਲ ਜਾਂਦੇ ਨੇ ਫਿਰ ਫਕੀਰੀ ਤਿਆਗ ਦਿੰਦਾ ਹੈ।
ਤੋ ਇਹ ਮੰਦ ਬੈਰਾਗੀ ਹੈ। ਹੋਏ ਉਦਾਸੀ ਗ੍ਰਹਿ ਤਾ ਚਲਿਓ, ਛੁਟਕੈ ਨਾਹੀ ਨਾਠਾ, ਤਪਸੀ ਕਰਕੇ ਦੇਹੀ ਸਾਧੀ, ਮਨੁਆ ਦਹਿ ਦਿਸਤਾਨਾ। ਬ੍ਰਹਮਚਾਰ ਬ੍ਰਹਮਚਜ ਕੀਨਾ, ਹਿਰਦੈ ਭਇਆ ਗੁਮਾਨਾ, ਸੰਨਿਆਸੀ ਹੋਏ ਕੈ ਤੀਰਥ ਭ੍ਰਮਿਓ, ਉਸ ਮਹਿ ਕ੍ਰੋਧ ਬਿਗਾਨਾ। ਛਾਣੀ ਖਾਕ ਵਿਭੂਤ ਚੜਾਈ, ਮਾਇਆ ਕਾ ਮਗ ਜੋ ਹੈ, ਅੰਤਰ ਬਾਹਰ ਏਕ ਨਾ ਜਾਣੇ, ਸਾਚ ਕਹੈ ਤੇ ਸੋ ਹੈ। ਮੂੰਡ ਮੁੰਡਾਏ ਜਟਾ ਸਿਖ ਬਾਧੀ, ਮੋਨ ਰਹੇ ਅਭਿਮਾਨਾ, ਮਨੁਆ ਡੋਲੇ ਦਹਿ ਦਿਸਤਾਵੈ, ਬਿਨ ਰਤ ਆਤਮ ਗਿਆਨਾ। ਹਾਥ ਕਮੰਡਲ ਕਾਪੜੀਆ, ਮਨ ਤ੍ਰਿਸ਼ਨਾ ਉਪਜੀ ਭਾਰੀ, ਇਸਤਰੀ ਤਜ ਕਰ ਕਾਮ ਵਿਆਪਿਆ, ਚਿਤ ਲਾਇਆ ਪਰ ਨਾਰੀ। ਪਾਪ ਕਰਹਿ ਪੰਚਾ ਕੇ ਬਸਰੇ, ਤੀਰਥ ਨਹਾਏ ਕਹਿ ਸਭ ਉਤਰੇ, ਬਹੁਰ ਕਮਾਵੈ ਹੋਏ ਨਿਸੰਕ, ਜੰਪੁਰ ਬਾਂਧ ਖਰੇ ਕਾਲੰਕ। ਸੋ ਇਸ ਪ੍ਰਕਾਰ ਇੱਕ ਕਹਾਵਤ ਵੀ ਹੈ, ਆਇਆ ਬੁੱਲਾ ਪਾਉਣ ਦਾ, ਚੜਿਆ ਕੱਖ ਆਕਾਸ, ਢਹਿੰਦਾ ਢਹਿੰਦਾ ਢਹਿ ਪਿਆ, ਕੱਖ ਕੱਖਾਂ ਦੇ ਪਾਸ। ਅਰਥਾਤ ਪਦਾਰਥਾਂ ਜਾਂ ਸੰਬੰਧੀਆਂ ਦੇ ਵਿਯੋਗ ਨਾਲ ਬੈਰਾਗ ਰੂਪੀ ਠੰਡੀ ਹਵਾ ਦਾ ਬੁੱਲਾ ਆਇਆ ਤੇ ਸੰਸਾਰੀ ਪਦਾਰਥਾਂ ਤੋਂ ਉਪਰਾਮ ਹੋ ਕੇ ਘਰ-ਬਾਰ ਛੱਡ ਦਿੱਤਾ। ਜਦੋਂ ਬੈਰਾਗ ਦੂਰ ਹੋ ਗਿਆ, ਫਿਰ ਡਿੱਗਦਾ ਉੱਥੇ ਹੀ ਡਿੱਗ ਪਿਆ ਆ ਕੇ। ਫਿਰਦੀ ਫਿਰਦੀ ਦਹਿ ਦਿਸਾ, ਜਲ ਪਰਬਤ ਬਨ ਰਾਏ, ਜਿੱਥੇ ਡਿੱਠਾ ਮਿਰਤ ਕੋ ਇੱਲ ਬੈਠੀ ਆਏ। ਮੰਦ ਬੈਰਾਗੀ ਘਰ ਦਾ ਤਿਆਗ ਕਰਕੇ ਸਾਧੂ ਨਾ ਬਣੇ। ਹੁਣ ਤੀਬਰ ਬੈਰਾਗ ਦੇ ਲੱਛਣ ਕੀ ਹਨ? ਤੀਬਰ ਬੈਰਾਗ ਦੇ ਲੱਛਣ ਇਹ ਹਨ ਕਿ ਲੋਕ ਤੋਂ ਲੈ ਕੇ ਬ੍ਰਹਮ ਲੋਕ ਸਾਰੇ ਸੁੱਖਾਂ ਦੀ ਇੱਛਾ ਦਾ ਤਿਆਗ ਹੋਣਾ, ਇਸ ਨੂੰ ਤੀਬਰ ਬੈਰਾਗ ਕਹਿੰਦੇ ਹਨ। ਬ੍ਰਹਮ ਲੋਕ ਲੋ ਭੋਗ ਜੋ, ਚਾਹੇ ਸਭਨ ਕੋ ਤਿਆਗ, ਵੇਦ ਅਰਥ ਗਿਆਤਾ ਮੁਨੀ ਕਹਿਤ ਤਾਹੇ ਬੈਰਾਗ। ਤੀਬਰ ਬੈਰਾਗੀ ਸਾਧੂ ਬਣ ਸਕਦਾ ਹੈ। ਤਰ ਤੀਬਰ ਬੈਰਾਗ ਦੇ ਲੱਛਣ ਹਨ, ਮਾਤ ਲੋਕ ਦੀ ਧਰਤੀ ਤੋਂ ਲੈ ਕੇ ਬ੍ਰਹਮ ਲੋਕ ਤੱਕ ਦੇ ਸਾਰੇ ਸੁੱਖਾਂ ਨੂੰ ਕਾਂ ਦੀ ਬਿੱਠ ਦੇ ਸਮਾਨ ਬੁਰੇ ਸਮਝਣਾ। ਸੋ ਇਸ ਤਰ੍ਹਾਂ ਨਾਲ ਬ੍ਰਹਮਾ ਇੰਦਰ ਆਦ ਲਉ ਹੇਤ, ਦੇਹ ਧਰ ਭੋਗ, ਕਾਕ ਬਿਸ਼ਟਾ ਸਮ ਜੇ ਗਿਨੇ, ਬੀਤ ਰਾਗ ਤੇ ਲੋਕ। ਇਹ ਅਸਲ ਉੱਤਮ ਬੈਰਾਗ ਹੈ। ਹੁਣ ਇਸ ਤੋਂ ਅੱਗੇ ਹੈ ਖਟ ਸੰਪਤੀ। ਖਟ ਸੰਪਤੀ ਸਾਮ ਦਮ ਸਰਦਾ, ਤੀਸਰੀ ਸਮਾਧਾਨ ਉਪਰਾਮ। ਖਟ ਦਮ ਸਰਦਾ ਤੀਸਰੀ ਸਮਾਧਾਨ ਉਪਰਾਮ, ਛਟੀ ਤਤਿਕਸ਼ਾ ਜਾਣੀਏ, ਭਿੰਨ ਭਿੰਨ ਇਹ ਨਾਮ। ਇਹਦੇ ਅਲੱਗ-ਅਲੱਗ ਹਿੱਸੇ ਹਨ ਖਟ ਸੰਪਤੀ ਦੇ। ਜੋ ਸਮ ਹੈ, ਮਨ ਨੂੰ ਸਮੂਹ ਵਿਸ਼ਿਆਂ ਵੱਲੋਂ ਰੋਕਣਾ, ਇਸ ਦਾ ਨਾਮ ਧੀਰਜਵਾਨ ਪੁਰਸ਼ ਸਮ ਕਹਿੰਦੇ ਹਨ। ਦਮ ਸਮੂਹ ਇੰਦਰੀਆਂ ਦਾ ਦਮਨ ਕਰਨਾ, ਇਸ ਨੂੰ ਦਮ ਕਹਿੰਦੇ ਹਨ। ਯਥਾ ਮਨ ਵਿਖਿਆਨ ਤੇ ਰੋਕਨੇ, ਸਮ ਤਿਹ ਕਹਿਤ ਸੁਧੀਰ, ਇੰਦਰੈ ਗਨ ਕੋ ਰੋਕਨੋ, ਦਮ ਭਾਖਤ ਬੁੱਧ ਧੀਰ। ਸ਼ਰਧਾ, ਪੂਰਨ ਸ਼ਰਧਾ ਧਾਰ ਕੇ ਗੁਰੂ ਅਤੇ ਬਾਣੀ ਦੇ ਬਚਨਾਂ ਨੂੰ ਨਿਸ਼ਚੇ ਨਾਲ ਸੱਚ ਜਾਣਨਾ। ਇਸ ਤੋਂ ਅੱਗੇ ਹੈ ਸਮਾਧਾਨ। ਮਨ ਦੀ ਸਾਰੀ ਵਿਖੇਪਤਾ ਦੂਰ ਹੋ ਜਾਣੀ, ਇਸ ਨੂੰ ਸਮਾਧਾਨ ਕਹਿੰਦੇ ਹਨ। ਭਾਵ ਕਿ ਚਿੱਤ ਇਕਾਗਰ ਹੋ ਜਾਣਾ। ਸਤਿਆ ਵੇਦ ਗੁਰ ਵਾਕਿਆ ਹੈ, ਸ਼ਰਧਾ ਅਵਿਸ਼ਵਾਸ, ਸਮਾਧਾਨ ਤਾਕੂ ਕਹਿਤ, ਮਨ ਵਿਸ਼ੇਪ ਕੋ ਨਾਸ। ਉਪਰਾਮ ਵਿਧੀਆਂ ਦੇ ਸਹਿਤ ਜਗ ਆਦਿਕ ਸਾਰੇ ਕਰਮਾਂ ਦਾ ਤਿਆਗ ਕਰਨਾ ਅਤੇ ਵਿਹੋ ਦੇ ਸਮਾਨ ਜਾਣ ਕੇ ਵਿਸ਼ਿਆਂ ਤੋਂ ਦੂਰ ਰਹਿਣਾ। ਨੇਤਰਾਂ ਦੁਆਰਾ ਇਸਤਰੀ ਨੂੰ ਦੇਖ ਕੇ ਹਿਰਦੇ ਵਿੱਚ ਅਵਸਥਾ ਅਨੁਸਾਰ ਮਾਂ, ਭੈਣ ਤੇ ਪੁੱਤਰੀ ਦੀ ਭਾਵਨਾ ਹੋਣੀ, ਇਹ ਉਪਰਾਮਤਾ ਦਾ ਲੱਛਣ ਹੈ। ਤਤਿਕਸ਼ਾ, ਆਪਣੇ ਸਰੀਰ ਤੇ ਗਰਮੀ, ਸਰਦੀ, ਭੁੱਖ, ਪਿਆਸ ਨੂੰ ਸਹਾਰ ਕੇ ਕਠਨ ਤਪੱਸਿਆ ਕਰਨੀ। ਸੋ ਇਸ ਨੂੰ ਵਿਦਵਾਨ ਲੋਕ ਤਤਿਕਸ਼ਾ ਕਹਿੰਦੇ ਹਨ। ਸੋ ਅਗਲਾ ਹੈ ਮੋਖ ਇੱਛਾ। ਸੰਸਾਰ ਦੁੱਖ ਦੀ ਨਿਵਰਤੀ ਤੇ ਪਰਮਾਨੰਦ ਦੀ ਪ੍ਰਾਪਤੀ ਵਾਲੀ ਇੱਛਾ ਹੋਣੀ, ਇਸ ਨੂੰ ਮੋਖ ਇੱਛਾ ਕਹਿੰਦੇ ਹਨ। ਉਹ ਪਾਵਨ ਉਪਦੇਸ਼ ਦੁਆਰਾ ਮਾਨੋ ਤਰ ਤੀਬਰ ਬੈਰਾਗ ਦੇ ਦੁੱਧ ਨੂੰ ਹੁਣ ਵਿਵੇਕ ਬੁੱਧੀ ਦੇ ਭਾਂਡੇ ਵਿੱਚ ਪਾ ਕੇ ਗੁਰੂ ਦੇ ਗਿਆਨ ਵਿਚਾਰ ਦੀ ਜਾਗ ਨਾਲ ਜਮਾ ਦਿੱਤਾ। ਇਸ ਪ੍ਰਕਾਰ ਪਾਵਨ ਬਚਨਾਂ ਦੁਆਰਾ ਉਪਦੇਸ਼ ਕਰਕੇ ਉਸ ਸਮੇਂ ਵੱਡੇ ਬਾਬਾ ਜੀ ਨੇ ਆਪ ਜੀ ਨੂੰ ਪਿਆਰ ਵਿੱਚ ਬੜੇ ਵਰ ਦਿੱਤੇ। ਇਹ ਕਿਹਾ, ਇਹ ਸਾਧਾ ਤੇਰੀ ਤਾਂ ਪਿਛਲੇ ਜਨਮ ਦੀ ਬੇਅੰਤ ਕਮਾਈ ਹੈ।
ਤੈਂ ਤਾਂ ਬਹੁਤ ਵੱਡਾ ਸਾਧ ਬਣਨਾ ਹੈ। ਸੇਵਾ ਕਰਨ ਵਾਸਤੇ ਰਿੱਧੀਆਂ ਸਿੱਧੀਆਂ ਸਦਾ ਤੇਰੇ ਹੁਕਮ ਦੇ ਵਿੱਚ ਰਹਿਣਗੀਆਂ। ਦੁਨੀਆਦਾਰਾਂ ਦੀ ਨਿਗਾਹ ਵਿੱਚ ਜੋ ਵੱਡਿਆਂ ਤੋਂ ਵੱਡੇ ਆਦਮੀ ਹਨ, ਉਹ ਵੀ ਤੇਰੇ ਦਰਸ਼ਨਾਂ ਵਾਸਤੇ ਸਮਾਂ ਮੰਗਿਆ ਕਰਨਗੇ। ਮਹਾਂਪੁਰਸ਼ਾਂ ਨੂੰ ਤਰੁੱਠਿਆਂ ਜਾਣ ਕੇ ਸੰਤ ਈਸ਼ਰ ਸਿੰਘ ਨੇ ਅਰਜ਼ ਕੀਤੀ, ਮਹਾਰਾਜ ਮੇਰਾ ਤਾਂ ਇਹਨਾਂ ਰਿੱਧੀਆਂ ਸਿੱਧੀਆਂ ਤੇ ਦੁਨੀਆ ਦੇ ਲੋਕਾਂ ਦੇ ਨਾਲ ਕੋਈ ਸੰਬੰਧ ਨਹੀਂ ਹੈ। ਇਹ ਤਾਂ ਪਦਾਰਥ ਜਿਹੜੇ ਰੱਬ ਤੋਂ ਦੂਰ ਲਿਜਾਣ ਵਾਲੇ ਹਨ। ਆਪ ਜੀ ਕਿਰਪਾ ਕਰੋ ਕਿ ਮੈਨੂੰ ਕਿਸੇ ਸਮੇਂ ਨਾਮ ਨਾ ਭੁੱਲੇ। ਰਾਜ ਤਾਜ ਦੀ ਲੋੜ ਨਾ ਕੋਈ, ਤੇਰੇ ਕੂਚੇ ਦੇ ਭਿਖਾਰੀ ਨੂੰ। ਤਖਤ ਬਖਤ ਵੱਲ ਮੂਲ ਨਾ ਵੇਖੇ, ਕੀ ਕਰਸੀ ਦੁਨੀਆਦਾਰੀ ਨੂੰ। ਦਰਵਾਜ਼ੇ ਤੇਰੇ ਦੇ ਮੰਗਤੇ, ਲੋੜ ਨਾ ਰੱਖਦੇ ਸ਼ਾਹੀ ਦੀ। ਨਾ ਉਹ ਤਖਤ ਜੜਾਊ, ਲੋਚਨ ਲਾਜ ਨਾ ਟੋਪੀ ਪਾਈ ਦੀ। ਸੋ ਸਭ ਤੋਂ ਵੱਡੀ ਘਾਟੇ ਵਾਲੀ ਗੱਲ ਹੁੰਦੀ ਹੈ ਜੋ ਨਾਮ ਦਾ ਭੁੱਲਣਾ ਹੈ। ਸਭੇ ਗੱਲਾਂ ਵਿਸਰਨ, ਇੱਕੋ ਵਿਸਰ ਨਾ ਜਾਓ। ਧੰਦਾ ਸਭ ਜਲਾਏ ਕੈ, ਗੁਰ ਨਾਮ ਦੀਆ ਸੱਚ ਸੁਆਓ। ਵੱਡੇ ਸੰਤਾਂ ਨੇ ਕਿਹਾ, ਠੀਕ ਹੈ, ਚਾਹੇ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਸਾਧੂ ਤਾਂ ਨਿਰਛਤ ਅਤੇ ਬਿਨਾਂ ਕਿਸੇ ਚਾਹਨਾ ਤੋਂ ਨਾਮ ਜਪਦੇ ਹਨ, ਪਰ ਫਿਰ ਵੀ ਨਾਮ ਜਪਣ ਵਾਲੇ ਦੇ ਕੋਲ ਰਿੱਧੀਆਂ ਸਿੱਧੀਆਂ ਜ਼ਰੂਰ ਹੀ ਆਉਂਦੀਆਂ ਹਨ ਤੇ ਉਹ ਆਪਣਾ ਚਮਤਕਾਰ ਵੀ ਅਵੱਛ ਦਿਖਾਉਂਦੀਆਂ ਹਨ। ਚਾਹੇ ਉਹ ਇਹਨਾਂ ਤੋਂ ਕੋਈ ਸੇਵਾ ਲਵੇ ਜਾਂ ਨਾ ਲਵੇ, ਇਹ ਉਸ ਦੀ ਆਪਣੀ ਮਰਜ਼ੀ ਹੈ। ਪਰ ਇਹ ਸਾਰੇ ਪਦਾਰਥ, ਸੰਸਾਰਕ ਪ੍ਰਤਿਸ਼ਠਾ, ਰਿੱਧੀਆਂ ਸਿੱਧੀਆਂ ਦਾ ਚਮਤਕਾਰ, ਅਣਡਿੱਠੇ ਸੁਰਗ ਸੁਖ, ਪਰਮੇਸ਼ਰ ਪ੍ਰਾਪਤੀ ਦੇ ਰਸਤੇ ਵਿੱਚ ਰੋਕਾਂ ਪਾਉਂਦੇ ਹਨ। ਕਈ ਤਾਂ ਇਹਨਾਂ ਦੇ ਵਿੱਚ ਹੀ ਫਸ ਕੇ ਅਧਵਾਟੇ ਰੁਕ ਜਾਂਦੇ ਹਨ। ਕੋਈ ਵਿਰਲਾ ਗੁਰਮੁਖ ਜੋ ਹੈ ਇਹਨਾਂ ਨੂੰ ਲਤਾੜ ਕੇ ਅੱਗੇ ਲੰਘਦਾ ਹੈ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਨਾਮ ਨੂੰ ਨਾ ਭੁੱਲਣ ਵਾਲੀ ਮੰਗ ਤਾਂ ਤੁਹਾਡੀ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ। ਨਾਮ ਜਪਣ ਵਾਲੇ ਸਾਧੂ ਵਾਸਤੇ ਹੋਰ ਵੀ ਕਈ ਗੱਲਾਂ ਵੱਲ ਖਾਸ ਖਿਆਲ ਰੱਖਣਾ ਜ਼ਰੂਰੀ ਹੈ। ਇੱਕ, ਕਿਸੇ ਵੀ ਮਜ਼ਹਬ ਜਾਂ ਕਿਸੇ ਫਿਰਕੇ ਦੇ ਵਿੱਚ ਤਰਕ ਨਾ ਕਰੇ। ਚਾਹੇ ਉਹ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ ਜਾਂ ਈਸਾਈ ਹੈ, ਕਿਉਂਕਿ ਰੱਬ ਤਾਂ ਸਭਨਾਂ ਵਿੱਚ ਇੱਕੋ ਹੈ, ਭਾਵੇਂ ਉਸ ਦੀ ਪ੍ਰਾਪਤੀ ਦੇ ਰਾਹ ਵੱਖ-ਵੱਖ ਹਨ। ਮਜ਼ਹਬ ਨਾ ਕੋਈ ਰੱਬ ਦਾ ਬੰਦਿਆਂ ਕਰੇ ਈਜਾਦ, ਉਹੀ ਨਜ਼ੀਕ ਖੁਦਾਏ ਦੇ ਜੋ ਉਹਨੂੰ ਰੱਖਦੇ ਯਾਦ। ਭਾਵੇਂ ਪੁੱਤਰ ਨੇ ਆਪਣੇ ਪਿਤਾ ਦੀ ਜਾਇਦਾਦ ਦਾ ਮਾਲਕ ਬਣਨਾ ਹੈ, ਪਰ ਝਗੜਾ ਚਾਚੇ ਤਾਇਆਂ ਨਾਲ ਵੀ ਨਹੀਂ ਕਰਨਾ। ਮਤ ਆਪਣੇ ਵਿੱਚ ਨਿਸ਼ਚਾ ਰੱਖੇ, ਮਲਾਪ ਹਰੇਕ ਨਾਲ ਰੱਖੇ। ਕੀ ਪਤਾ ਪਰਮੇਸ਼ਰ ਨੂੰ ਕਿਹਦੀ ਕਿਰਿਆ ਭਾਉਂਦੀ ਹੈ। ਬਾਦਸ਼ਾਹ ਦੀਆਂ ਬੇਅੰਤ ਰਾਣੀਆਂ ਹੁੰਦੀਆਂ ਹਨ, ਪਰ ਰਾਜ ਦਾ ਮਾਲਕ ਉਹਦਾ ਹੀ ਪੁੱਤਰ ਬਣਦਾ ਹੈ ਜਿਸ ਤੇ ਬਾਦਸ਼ਾਹ ਦੀ ਵਧੇਰੇ ਖੁਸ਼ੀ ਹੋਵੇ। ਇਸੇ ਤਰ੍ਹਾਂ ਪਰਮੇਸ਼ਰ ਵੀ ਅੰਦਰਲੇ ਪ੍ਰੇਮ ਨੂੰ ਵੇਖਦਾ ਹੈ, ਕੇਵਲ ਖਾਲੀ ਭੇਖ ਤੇ ਨਹੀਂ ਰੀਝਦਾ। ਉਸ ਤੋਂ ਬਾਅਦ ਭਵਿੱਖਤ ਵਾਰਤਾ ਅਨੁਸਾਰ, ਅਨੁਭਵ ਦੇ ਅਨੁਸਾਰ ਕਰਕੇ ਸੰਤਾਂ ਨੇ ਫੇਰ ਆਖਿਆ, ਹੁਣ 2-4 ਵਾਜੇ ਦੀਆਂ ਸੁਰਾਂ ਵੀ ਸਿੱਖ ਲਓ ਅਤੇ ਸਿਮਰਨ ਦੇ ਨਾਲ ਨਾਲ ਧਾਰਮਿਕ ਪੁਸਤਕਾਂ ਦੀ ਵਿਚਾਰ ਵੀ ਜਾਰੀ ਰੱਖੋ। ਇਹ ਵੀ ਭਜਨ ਰੂਪ ਹੀ ਹੈ, ਕਿਉਂਕਿ ਤੁਹਾਡੇ ਪਾਸ ਬੇਅੰਤ ਸੰਗਤਾਂ ਆਇਆ ਕਰਨਗੀਆਂ, ਜਿਸ ਕਰਕੇ ਉਹਨਾਂ ਵਿਚਾਰੇ ਹੰਸ ਸਰੋਤਿਆਂ ਨੂੰ ਮੋਤੀਆਂ ਦੀ ਚੋਗ ਮਿਲ ਸਕੇ। ਉਸ ਸਮੇਂ ਅਰਦਾਸ ਕਰਕੇ ਬਾਬਾ ਜੀ ਨੇ ਵਾਜੇ ਤੇ ਹੱਥ ਰਖਵਾਇਆ ਤੇ 1-2 ਸਿੱਧੇ ਸ਼ਬਦ ਕਢਵਾ ਦਿੱਤੇ। ਉਪਰੰਤ ਵੱਡੇ ਸੰਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਥਿਆ ਨਾਲ ਪਾਠ ਤੇ ਵਿਦਾਂਤ ਦੇ ਗ੍ਰੰਥਾਂ ਦਾ ਅਧਿਐਨ ਕਰਨ ਦੀ ਪ੍ਰੇਰਨਾ ਦਿੱਤੀ। ਫਿਰ ਤਾਂ ਇਲਾਹੀ ਕੀਰਤਨ ਦੇ ਭੰਡਾਰੇ ਖੁੱਲ੍ਹ ਗਏ ਅਤੇ ਵਰਾਂ ਦੇ ਨਾਲ ਨਿਹਾਲ ਕਰ ਦਿੱਤਾ। ਇਸੇ ਤਰ੍ਹਾਂ ਜਦੋਂ ਆਪ 1983 ਬਿਕਰਮੀ ਵਿਸਾਖੀ ਨੂੰ ਵੱਡੇ ਸੰਤਾਂ ਨਾਲ ਦਮਦਮਾ ਸਾਹਿਬ ਗੁਰੂ ਕੀ ਕਾਂਸ਼ੀ ਦਰਸ਼ਨਾਂ ਨੂੰ ਗਏ, ਤਾਂ ਸੰਤ ਮਸਤੂਆਣੇ ਵਾਲੇ ਵੀ ਉੱਥੇ ਆਏ ਹੋਏ ਸਨ। ਆਪਸ ਵਿੱਚ ਮਿਲ ਕੇ ਦੋਹਾਂ ਮਹਾਂਪੁਰਖਾਂ ਨੇ ਬਹੁਤ ਸਨੇਹ ਜਤਾਇਆ। ਕਈ ਦਿਨ ਠਹਿਰੇ। ਵਾਪਸੀ ਸਮੇਂ ਆਪ ਜੀ ਨੇ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਨੂੰ ਜਦੋਂ ਨਮਸਕਾਰ ਕੀਤੀ, ਤਾਂ ਸੰਤ ਈਸ਼ਰ ਸਿੰਘ ਜੀ ਨੂੰ ਦੇਖ ਕੇ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ ਤਰਕਾਲਦਰਸ਼ੀ ਮਹਾਂਪੁਰਸ਼ਾਂ ਨੇ ਚਿਹਰੇ ਵੱਲ ਤੱਕ ਕੇ ਆਪ ਜੀ ਨੂੰ ਬੁੱਕਲ ਵਿੱਚ ਲੈ ਕੇ ਬੜਾ ਪਿਆਰ ਕੀਤਾ।
ਸਿਰ ਤੇ ਹੱਥ ਫੇਰਿਆ ਤੇ ਬਹੁਤ ਸਾਰੇ ਵਰ ਦਿੱਤੇ ਤੇ ਕਿਹਾ ਕਿ ਤੁਸੀਂ ਮਾਲਵੇ ਦੇਸ਼ ਨੂੰ ਗੁਰਮਤਿ ਦਾ ਪ੍ਰਚਾਰ ਕਰਕੇ ਅੰਮ੍ਰਿਤ ਛਕਾ ਕੇ ਰੰਗ ਭਾਗ ਲਾਵੋਗੇ। ਨਾਲ ਦੇ ਹੋਰ ਸਾਥੀਆਂ ਨੂੰ ਆਖਣਾ ਕੀਤਾ ਕਿ ਇਹ ਬੜਾ ਬੇਕੀਮਤਾ ਸੁੱਚਾ ਹੀਰਾ ਹੈ, ਇਸ ਦਾ ਦਰਸ਼ਨ ਕਰਨ ਵਾਸਤੇ ਵੱਡੇ ਤੋਂ ਵੱਡੇ ਆਦਮੀਆਂ ਨੂੰ ਪਹਿਲਾਂ ਸਮਾਂ ਮੰਗਣਾ ਪਿਆ ਕਰੇਗਾ। ਇਹ ਬਹੁਤ ਤੇਜ ਪ੍ਰਤਾਪੀ ਸਾਧੂ ਹੋਣਗੇ। ਉਪਰੰਤ ਇਹ ਉੱਤਮ ਉਪਦੇਸ਼ ਬਖਸ਼ਿਆ ਕਿ ਸਾਧੂ ਨੂੰ ਮਾਣ ਪ੍ਰਤਿਸ਼ਠਾ ਪ੍ਰਾਪਤ ਕਰਕੇ ਵੀ ਨਿਮਰਤਾ ਵਿੱਚ ਵਰਤਣਾ ਚਾਹੀਦਾ ਹੈ। ਅਸਲ ਵਿੱਚ ਗਰੀਬੀ ਹੀ ਸਾਧੂ ਦਾ ਸਭ ਤੋਂ ਵੱਡਾ ਭੂਸ਼ਣ ਹੈ। ਉਹ ਸਾਰਿਆਂ ਵਿੱਚ ਇੱਕ ਦੇਖਦਾ ਹੈ। ਚੋਲਾ ਪਹਿਰ ਗਰੀਬੀ ਦਾ ਜਗ ਸੰਤ ਸੁਖਾਲੇ ਹੋਏ, ਨਾ ਕਿਸੇ ਰੰਜ ਨਾ ਆਪ ਰੰਜੀਵਨ ਮਰਨ ਥੀ ਆਗੇ ਮੋਏ। ਨਿੰਦਾ ਕ੍ਰੋਧ ਨਾ ਦਈ ਵਧੈਗੀ ਬਾਦ ਵਿਵਾਦ ਸਭ ਖੋਏ। ਲਾਲ ਲੱਧਾ ਲੈ ਪੱਲੇ ਬੱਧਾ ਦਾਸ ਸੇਵਾ ਚਰਨ ਤਿਨ ਧੋਏ। ਹਰਦਮ ਖਾਲਕ ਯਾਦ ਜਿਨ੍ਹਾਂ ਨੂੰ ਕਿਉਂ ਕੱਢਣ ਲੋਕਾਂ ਦੀਆਂ ਕਾਣਾ। ਹੱਥ ਜਿਨ੍ਹਾਂ ਦੇ ਪਾਰਸ ਚੜਿਆ ਕਿਉਂ ਮੰਗਣ ਦਾਣਾ ਦਾਣਾ। ਜੋ ਚਿਤਵਣ ਸੋ ਸਾਹਿਬ ਮੰਨੇ ਸਭ ਕਰੇ ਤਿਨਾਂ ਦਾ ਭਾਣਾ। ਉਹ ਰੱਬ ਦੇ ਤੇ ਰੱਬ ਉਹਨਾਂ ਦਾ ਜਿਨ੍ਹਾਂ ਛੱਡਿਆ ਹੱਬੋ ਮਾਣਾ। ਸਾਧ ਬਚਨ ਅਟਲਾਦਾ ਦੇ ਮਹਾਵਾਕ ਅਨੁਸਾਰ ਮਹਾਂਪੁਰਸ਼ਾਂ ਦੇ ਬਚਨ ਪ੍ਰਤੱਖ ਸਿੱਧ ਹੋਏ ਸਭ ਨੂੰ ਦਿਸ ਰਹੇ ਹਨ ਕਿ ਜੋ ਮਸਤੂਆਣੇ ਵਾਲੇ ਮਹਾਰਾਜੀਆਂ ਨੇ ਬਚਨ ਕੀਤੇ, ਜੋ ਰੇਰੂ ਸਾਹਿਬ ਵਾਲੇ ਮਹਾਰਾਜੀਆਂ ਨੇ ਬਚਨ ਕੀਤੇ, ਉਹ ਬਚਨ ਅੱਜ ਪ੍ਰਤੱਖ ਸਿੱਧ ਦਿਸ ਰਹੇ ਹਨ। ਜਦੋਂ 9 ਮਾਘ 1983 ਬਿਕਰਮੀ ਮਾਘਵਦੀ ਚੌਥ ਮੁਤਾਬਕ 21 ਜਨਵਰੀ 1927 ਈਸਵੀ ਸ਼ੁੱਕਰਵਾਰ ਦਿਨ ਦਾ ਅੰਮ੍ਰਿਤ ਵੇਲਾ ਹੋਇਆ ਤਾਂ ਦਿਲਾਂ ਦਾ ਜਾਨੀ, ਲੋਕ ਪਰਲੋਕ ਦਾ ਅਸਲੀ ਸੱਜਣ, ਸੱਚੀਆਂ ਪ੍ਰੀਤਾਂ ਦਾ ਵਣਜਾਰਾ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਸੋ ਆਪਣੀ ਜੋਤ ਪਰਮੇਸ਼ਰ ਦੀ ਜੋਤ ਵਿੱਚ ਰੱਖ ਕੇ ਪਰਮੇਸ਼ਰ ਦੇ ਨਿਜ ਧਾਮ ਨੂੰ ਜਾ ਬਿਰਾਜੇ। ਉਸ ਸਮੇਂ ਵਿਛੋੜੇ ਦੇ ਅਸਹਿ ਦੁੱਖ ਨਾਲ ਜੋ ਵਿਜੋਗੀ ਪ੍ਰੇਮੀ ਹਿਰਦਿਆਂ ਦੀ ਦਰਦਨਾਕ ਹਾਲਤ ਹੋਈ, ਉਸ ਦਾ ਸਹੀ ਰੂਪ ਉਹੋ ਹੀ ਅਨੁਭਵ ਕਰ ਸਕਦੇ ਨੇ ਜਿਨ੍ਹਾਂ ਨੂੰ ਇਹ ਵਾਪਰੀ ਹੈ। ਜ਼ੁਬਾਨ ਕਹਿ ਨਹੀਂ ਸਕਦੀ, ਅੱਖਰ ਲਿਖ ਨਹੀਂ ਸਕੇ ਜਾ ਸਕੀਦੇ। ਮਨ ਕੀ ਬਿਰਥਾ ਮਨ ਹੀ ਜਾਣੈ, ਅਵਰ ਕੇ ਜਾਣੈ ਕੋ ਪੀਰ ਪਰਈਆ। ਸਾਰੇ ਰਾਮਪੁਰ ਨਗਰ, ਦੁਰਾਹਾ ਮੰਡੀ, ਲੁਧਿਆਣਾ ਸ਼ਹਿਰ ਤੇ ਹੋਰ ਦੂਰ ਦਰੇਡੇ ਇਲਾਕੇ ਵਿੱਚ ਸਨਾਟਾ ਛਾ ਗਿਆ। ਸ਼ਰਧਾਲੂ ਪ੍ਰੇਮੀਆਂ ਦੇ ਹਿਰਦੇ ਵਿੱਚ ਭਾਰੀ ਸੱਟ ਵੱਜੀ। ਕਈ ਤਾਂ ਸੁਣਨ ਸਾਰ ਬੇਹੋਸ਼ ਹੋ ਕੇ ਡਿੱਗ ਪਏ। ਇਸੇ ਤਰ੍ਹਾਂ ਸੰਤ ਮਹਾਰਾਜ ਜੀ ਦੇ ਗੜਵਈ ਹਜੂਰੀਏ ਸੇਵਾਦਾਰ ਸੰਤ ਈਸ਼ਰ ਸਿੰਘ ਜੀ, ਜਿਨ੍ਹਾਂ ਨੂੰ ਸੰਗਤ ਭਾਵਨਾ ਨਾਲ ਛੋਟੇ ਸੰਤ ਆਖਿਆ ਕਰਦੀ ਸੀ, ਤੇ ਕਈ ਸ਼ਰਧਾਲੂ ਪ੍ਰੇਮੀਆਂ ਦਾ ਵੀ ਇਹੀ ਪੂਰਨ ਨਿਸ਼ਚਾ ਸੀ ਕਿ ਇਹਨਾਂ ਦੀ ਨੀਵੀਂ ਨਿਗਾਹ ਤੇ ਧਾਰਨ ਕੀਤੀ ਹੋਈ ਚੁੱਪ ਇਹ ਜ਼ਰੂਰ ਕਦੇ ਰੰਗ ਲਾਏਗੀ। ਉਹਨਾਂ ਦੀ ਹਾਲਤ ਤਾਂ ਇਸ ਸਮੇਂ ਕਥਨ ਕਹਿਣ ਤੋਂ ਬਾਹਰ ਸੀ। ਜਿਨ੍ਹਾਂ ਲਈ ਜੀਵਨ ਦੀ ਪੂੰਜੀ ਜ਼ਿੰਦਗੀ ਦਾ ਸਹਾਰਾ ਗੁਰੂ ਦਾ ਸ਼ਬਦ ਜਾਂ ਮਹਾਂਪੁਰਸ਼ਾਂ ਦੇ ਦਰਸ਼ਨ ਹੀ ਸਨ, ਉਹਨਾਂ ਦੇ ਅਲੋਪ ਹੋਇਆਂ ਮਨ ਵਿੱਚ ਇਉਂ ਘਬਰਾਹਟ ਅਤੇ ਬਿਹਬਲਤਾ ਹੋ ਗਈ ਜਿਵੇਂ ਮੱਛੀ ਦੀ ਪਾਣੀ ਤੋਂ ਬਾਹਰ ਆ ਕੇ ਹੁੰਦੀ ਹੈ। ਕੁਝ ਸਮਾਂ ਪ੍ਰੀਤਮ ਦੀ ਪਿਆਰੀ ਧਰਤੀ ਦੀ ਮਿੱਟੀ ਚੁੰਮੀ, ਪਰ ਉਹ ਸਵਾਦ ਤੇ ਉਹ ਰਸ ਨਾ ਆਇਆ ਜੋ ਉਹਨਾਂ ਦੀ ਮੌਜੂਦਗੀ ਵਿੱਚ ਆਇਆ ਕਰਦਾ ਸੀ। ਗੋਖੇ ਦੀ ਛੱਪੜੀ ਦੀਦਾਰ ਨੂੰ ਤਰਸਦੀ ਸੀ, ਬਾਹਰਲੀ ਬਗੀਚੀ ਪਿਆਰੇ ਦਾ ਰਾਹ ਦੇਖਦੀ, ਕਨੇਚ ਦੀ ਖੂਹੀ ਪਿਆਸੇ ਰਾਹੀਆਂ ਨੂੰ ਰੋਕਦੀ ਕਿ ਇਸ ਦਾ ਸੀਤਲ ਜਲ ਕਿਸੇ ਪਰਮਾਰਥੀ ਪਾਂਧੀ ਲਈ ਸਾਂਭ ਕੇ ਰੱਖਿਆ ਹੈ। ਪਹਿਲਾਂ ਉਸ ਨੂੰ ਪਿਲਾ ਕੇ ਫਿਰ ਤੁਹਾਨੂੰ ਪਾਨ ਕਰਾਵਾਂਗੀ। ਆਪ ਜੀ ਦੀ ਜੋ ਹਾਲਤ ਹੋਈ ਉਹ ਨਿਮਾਣੀ ਕਲਮ ਦੱਸ ਨਹੀਂ ਸਕਦੀ, ਕੋਈ ਰਸਨਾ ਬੋਲ ਕੇ ਸੁਣਾ ਨਹੀਂ ਸਕਦੀ। ਜਿਵੇਂ ਸੱਪ ਦੀ ਅਮੋਲਕ ਕੀਮਤੀ ਮਣੀ ਗਵਾਚ ਜਾਵੇ ਜਾਂ ਚਕੋਰਾਂ ਦਾ ਚੰਦਰਮਾ ਅਲੋਪ ਹੋ ਜਾਵੇ, ਕਮਲ ਤੋਂ ਬਗੈਰ ਭੌਰਾ ਪਾਣੀ ਤੋਂ ਬਗੈਰ ਮੱਛੀ ਪ੍ਰਾਣ ਤਿਆਗ ਦਿੰਦੀ ਹੈ। ਇਹੋ ਜਿਹੇ ਵਿਅਕਤੀਆਂ ਦੇ ਵਿਯੋਗ ਦਾ ਵਰਣਨ ਕਰਦਿਆਂ ਗੁਸਾਈ ਤੁਲਸੀਦਾਸ ਰਾਮਾਇਣ ਦੇ ਵਿੱਚ ਗੁਸਾਈ ਤੁਲਸੀਦਾਸ ਜੀ ਫਰਮਾਉਂਦੇ ਹਨ ਕਿ ਇਕਨਾਂ ਦਾ ਮਿਲਾਪ ਦੁਖਦਾਈ ਹੈ ਤੇ ਇਕਨਾਂ ਦਾ ਵਿਛੋੜਾ ਪ੍ਰਾਣ ਵਿਨਾਸ਼ਨ ਦਾ ਕਾਰਨ ਬਣਦਾ ਹੈ। ਏਕ ਮਿਲੇ ਦਾਰਨ ਦੁਖ ਦੇਹੀ, ਬਿਸ਼ਰਤ ਏਕ ਪ੍ਰਾਣ ਹਰ ਲੇਹੀ।
ਮੱਛੀ ਨੂੰ ਪਾਣੀ ਦਾ ਵਿਛੋੜਾ ਤੇ ਪਤੰਗੇ ਨੂੰ ਦੀਵੇ ਦਾ ਮਿਲਾਪ ਮੌਤ ਦਾ ਕਾਰਨ ਬਣਦਾ ਹੈ। ਆਪ ਜੀ 8 ਪਹਿਰ ਪਿਆਰੀ ਦੀ ਯਾਦ ਵਿੱਚ ਗੁੰਮ ਰਹਿੰਦੇ, ਨੇਤਰਾਂ ਵਿੱਚੋਂ ਜਲ ਚੱਲਣਾ, ਚਿਹਰੇ ਦੀ ਪਲੱਤਣ ਤੇ ਤਾਜੀ ਪੀਸੀ ਹਲਦੀ ਨੂੰ ਵੀ ਮਾਤ ਪੈ ਜਾਂਦੀ। ਘੱਟ ਬੋਲਣਾ, ਘੱਟ ਖਾਣਾ, ਚੁੱਪ ਰਹਿਣਾ। ਜਿਵੇਂ ਕਿਸੇ ਮੁਸਲਮਾਨ ਫਕੀਰ ਨੇ ਪ੍ਰੇਮ ਦੇ ਵਿਜੋਗੀਆਂ ਦੀਆਂ 9 ਨਿਸ਼ਾਨੀਆਂ ਲਿਖੀਆਂ ਹਨ। ਆਸ਼ਕਾਰਾਂ ਨਵ ਨਿਸ਼ਾਨੀ ਐ ਪਿਸਰ, ਆਹ ਸਰਦੋ ਰੰਗ ਜ਼ਰਦੋ ਚਸ਼ਮ ਤਰ, ਕਮ ਖੁਰਦਨੋ ਕਮ ਗੁਫਤਨੋ ਖਵਾਸ਼ੇ ਹਰਾਮ, ਇੰਤਜ਼ਾਰੀ ਬੇਕਰਾਰੀ ਦਸਤ ਸਰ। ਇੱਕ ਥਾਂ ਤੇ ਬੈਠਿਆਂ ਕਿੰਨਾ ਕਿੰਨਾ ਸਮਾਂ ਬਤੀਤ ਜਾਂਦਾ। ਕਦੇ ਕਦੇ ਅੱਬੜ ਵਾਹੇ ਉੱਠ ਕੇ ਗੋਖੇ ਦੀ ਛੱਪੜੀ ਵੱਲ ਨੂੰ ਤੁਰ ਪੈਂਦੇ। ਪਿਆਰੇ ਦੇ ਸਾਥੀ ਬੂਟਿਆਂ ਤੋਂ ਪੁੱਛਣਾ, ਰਾਹਾਂ ਦੇ ਕੰਢਿਆਂ ਤੋਂ ਕਨਸੋਆਂ ਲੈਣੀਆਂ, ਬਗੀਚੀ ਦੇ ਫੁੱਲਾਂ ਕੋਲ ਰੁਕਣਾ, ਉਹਨਾਂ ਦੀਆਂ ਕੋਮਲ ਪੱਤੀਆਂ 'ਚੋਂ ਕੁਝ ਲੱਭਣਾ, ਪਰ ਮਨ ਅਸੰਤੁਸ਼ਟ ਰਹਿਣਾ। ਸਰੀਰ ਇਤਨਾ ਕਮਜ਼ੋਰ ਹੋ ਗਿਆ ਕਿ ਮਨ ਨੂੰ ਬੈਰਾਗ ਨੇ ਪ੍ਰਤੱਖ ਮੂਰਤੀ ਧਾਰਨ ਕੀਤੀ ਹੈ। ਦੇਖਣ ਵਾਲਿਆਂ ਦੇ ਅੰਦਰੋਂ ਹੀ ਬੈਰਾਗ ਉਪਜਦਾ। ਸੰਸਾਰ ਝੂਠਾ ਜਾਪਦਾ, ਨਾਮ ਦੇ ਵਿੱਚ ਲਿਵ ਜੁੜਦੀ। ਜਿਨ੍ਹਾਂ ਦਸੰਦੜਿਆਂ ਦੁਰਮਤ ਵੰਜੈ, ਮਿੱਤਰ ਅਸਾਡੜੇ ਸੇਈ, ਹੋਂ ਢੁੰਡੇਂਦੀ ਜਗ ਸਬਾਇਆ, ਜਨ ਨਾਨਕ ਵਿਰਲੇ ਕੇਈ। ਸੋ ਇਸ ਤਰ੍ਹਾਂ ਨਾਲ ਬਿਰਹੋਂ ਦੇ ਵਿੱਚ ਪਰੋਏ ਨਾਦ ਗਗਨ ਮੰਡਲ ਵਿੱਚੋਂ ਸਰੀਰ ਨੂੰ ਮੂਰਛਿਤ ਕਰਦੇ ਤੇ ਬਿਰਹੋਂ ਦੀ ਝੀਣੀ ਬਾਣ ਆਪਣੇ ਆਪ ਨਿਕਲ ਕੇ ਫੈਲ ਗਈ ਸਾਰੇ ਸੰਸਾਰ ਵਿੱਚ। ਬਣਾ ਦੇ ਪੰਖੇਰੂਆਂ ਵਿੱਚ, ਸੂਰਜ ਦੀਆਂ ਰੇਸ਼ਮਾਂ ਵਿੱਚ, ਚੰਦ ਦੀ ਚਾਂਦਨੀ ਵਿੱਚ, ਇੱਕ ਇੱਕ ਅਣੂ ਵਿੱਚ ਬਿਰਹੋਂ ਕੁੱਠੀ ਰੂਹ ਦੀ ਚੀਸ ਨਾਲ ਸਾਰਾ ਬ੍ਰਹਿਮੰਡ ਕੁਰਲਾ ਉੱਠਿਆ। ਸੋ ਇਸ ਪ੍ਰਕਾਰ ਸੰਤ ਜੀ ਨੇ ਬਿਰਹੋਂ ਵਿਯੋਗ ਨੂੰ ਝੱਲ ਕੇ ਬੇਬਸੀ ਦੇ ਨਾਲ 5 ਮਹੀਨੇ ਬਤੀਤ ਕੀਤੇ। ਸੋ ਇਸ ਭਾਗ ਦੇ ਵਿੱਚ ਆਪਾਂ ਇੰਨਾ ਕੀ ਵਿਚਾਰ ਕਰ ਸਕੇ ਹਾਂ। ਇਦੋਂ ਅਗਲਾ ਮਹਾਰਾਜ ਜੀ ਦਾ ਜੀਵਨ ਜੋ ਹੈ ਅਗਲੇ ਭਾਗ ਦੇ ਵਿੱਚ ਵਿਚਾਰ ਕਰਾਂਗੇ। ਗੁਰੂ ਕਿਰਪਾ ਕਰੇ ਸਤਿਪੁਰਸ਼ਾਂ ਦੇ ਪਵਿੱਤਰ ਜੀਵਨ ਤੋਂ ਆਪਾਂ ਸੇਧ ਲੈ ਸਕੀਏ। ਮਹਾਂਪੁਰਸ਼ ਸ਼੍ਰੀਮਾਨ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਕਠਨ ਘਾਲਣਾ ਘਾਲੀ, ਮਹਾਨ ਤੀਕਸ਼ਾ, ਮਹਾਨ ਸਾਧਨਾ, ਉਹਨਾਂ ਦਾ ਮਹਾਨ ਜੀਵਨ ਸਮੂਹ ਜਗਿਆਸੂ ਜਨਾਂ ਵਾਸਤੇ, ਧਰਮ ਦੇ ਪਾਂਧੀਆਂ ਵਾਸਤੇ ਰਾਹ ਦਸੇਰਾ ਹੈ। ਸੋ ਇਤਨੀ ਇੱਕ ਸੇਵਾ ਪ੍ਰਵਾਨ ਕਰਨੀ, ਹੋਈਆਂ ਭੁੱਲਾਂ ਦੀ ਮੁਆਫੀ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।